तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाही। तां पौ केहा काड़ा जियो, तां पौ केहा काड़ा जियो। बड़भागे गुरु प्यारी साध संगत जियो, हाजरी चरणों च प्रवान करो। फतेह अर्ज है वाहिगुरु जी का खालसा, वाहिगुरु जी की फतेह। जो पिछला अध्याय सी ਉਹਦੇ ਵਿੱਚ ਨਿਰੰਕਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਗਰਭ ਹੰਕਾਰ ਨੂੰ, ਜਿਨ੍ਹਾਂ ਨੇ ਇਸ ਹੰਕਾਰ ਨੂੰ ਕੀਤਾ ਉਹਨਾਂ ਦਾ ਫਿਰ ਕਿਸ ਤਰ੍ਹਾਂ ਇਹ ਸੰਸਾਰ ਦੇ ਉੱਤੇ ਜੀਵਨ ਨਸ਼ਟ ਹੋਇਆ। ਬੰਦਗੀ ਬੜੀ ਕੀਤੀ, ਬੰਦਗੀ ਕਰਨ ਤੋਂ ਉਪਰੰਤ ਬੜੇ ਉਹਨਾਂ ਨੇ ਭਗਵਾਨ ਦੇ ਕੋਲੋਂ ਵਰ ਪ੍ਰਾਪਤ ਕੀਤੇ ਹੋਏ ਸਨ, ਪਰ ਉਹ ਵਰਾਂ ਦੇ ਕਾਰਨ, ਉਹ ਬਖਸ਼ਿਸ਼ਾਂ ਤਾਕਤਾਂ ਦੇ ਕਾਰਨ ਕਰਕੇ ਉਹ ਜਿੱਥੇ ਕਿ ਦੇਵਤੇ ਬਣਨੇ ਚਾਹੀਦੇ ਸਨ ਉੱਥੇ ਉਹ ਦੈਂਤ ਬਣ ਗਏ। ਦੈਂਤ ਬਣ ਕੇ ਪ੍ਰਮਾਤਮਾ ਦੇ ਨਾਲ ਤੇ ਪ੍ਰਮਾਤਮਾ ਦੀ ਜਿਹੜੀ ਖਲਕਤ ਹੈ ਸੰਸਾਰ, ਉਸ ਦੇ ਨਾਲ ਅੰਤ ਦਾ ਵੈਰ ਕਮਾਉਣ ਲੱਗ ਪਏ। ਉਹਨਾਂ ਦਾ ਕਿਸ ਤਰ੍ਹਾਂ ਅੰਤ ਹੋਇਆ, ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ। ਵੈਸੇ ਉਹ ਇਕੱਲੇ ਸ਼ਬਦ ਦੀ ਵਿਆਖਿਆ ਜੇ ਕੀਤੀ ਜਾਵੇ ਤਾਂ ਆਪਾਂ ਨੂੰ ਘੰਟਾ ਸਵਾ ਘੰਟਾ ਸਿੰਪਲੀ ਕਰਨ ਦੀ ਚਾਹੀਦਾ। ਜੇ ਆਪਾਂ ਇਕੱਲੇ ਜਿਹੜੇ ਵੀ ਦੈਂਤ ਹੋਏ ਨੇ, ਜਿਨ੍ਹਾਂ ਨੇ ਬੜੇ ਵਰ ਪ੍ਰਾਪਤ ਕੀਤੇ ਹੋਏ ਸਨ, ਉਹਨਾਂ ਬਾਰੇ ਜਦੋਂ ਇਕੱਲੇ ਦਾ ਆਪਾਂ ਇਤਿਹਾਸ ਬੋਲਾਂਗੇ ਫਿਰ ਆਪਾਂ ਨੂੰ ਹਫ਼ਤਾ ਡੇਢ ਹਫ਼ਤਾ ਜ਼ਰੂਰ ਉਹਦੇ ਉੱਤੇ ਲੱਗ ਜਾਏਗਾ। ਸੋ ਉਹਦੇ ਵਿੱਚ ਬਹੁਤ ਕਾਹਲੀ ਦੇ ਵਿੱਚ, ਮੈਂ ਕਾਹਲੀ ਦੇ ਵਿੱਚ ਬੋਲ ਨਹੀਂ ਸਕਦਾ ਤੇ ਪਰ ਫਿਰ ਭੁੱਲਾਂ ਹੋ ਜਾਂਦੀਆਂ ਨੇ। ਪਰ ਉਹਦੇ ਵਿੱਚ ਤੁਹਾਨੂੰ ਜੋ ਗਿਆਨ ਪ੍ਰਾਪਤ ਹੋਏਗਾ ਉਹਦੇ ਵਿੱਚੋਂ ਸਾਰਾ ਕੁਝ ਹਾਸਲ ਹੋ ਜਾਣਾ ਵੀ ਕਿਹੜੇ ਰੂਪ ਦੇ ਵਿੱਚ ਜੋ ਆਪ ਜੀ ਦੀ ਸੇਵਾ ਕੀਤੀ। ਪਰ ਜੇ ਕਿਤੇ ਗੁਰੂ ਕੀ ਸੰਗਤ ਸਾਨੂੰ ਹੁਕਮ ਲਾਵੇਗੀ ਕਿ ਦੁਬਾਰਾ ਉਸ ਦੀ ਸ਼ਬਦ ਦੀ ਰਿਕਾਰਡਿੰਗ ਕੀਤੀ ਜਾਵੇ ਤੇ ਸੰਗਤ ਨੂੰ ਭੇਜਿਆ ਜਾਵੇ ਤਾਂ ਜ਼ਰੂਰ ਕਰਾਂਗੇ। ਆਓ ਜੋ ਗਾਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ। ਚੱਲ ਰਹੀ ਘੋੜੀ ਰਾਗ ਹੀ ਹੈ। ਇਹਦੇ ਵਿੱਚ ਜੋ ਜੀਵ ਇਹਦੂ ਸੰਸਾਰ ਦੇ ਉੱਤੇ ਇਹ ਦੇਹ ਜਿਹੜੀ ਹੈ ਇਸ ਨੂੰ ਕਿ ਬੜੇ ਰੂਪਾਂ ਦੇ ਨਾਲ ਸਜਾਉਂਦਾ ਹੈ, ਬੜੇ ਇਹਦੇ ਉੱਤੇ ਅਤਰ ਫਲੇਲ ਲਾਉਂਦਾ ਹੈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਗਿਆਨ ਦਿੰਦੇ ਨੇ। ਆਓ ਉਹ ਗਿਆਨ ਦੇ ਨਾਲ ਜੁੜੀਏ। ਗੌੜੀ ਮਹਲਾ ਪਹਿਲਾ, ਚੂਆ ਚੰਦਨ ਅੰਕ ਚੜਾਵੋਂ, ਪਾਟ ਪਟੰਬਰ ਪੈਰ ਹਟਾਵੋਂ। ਇਹ ਸੰਸਾਰ ਦੇ ਜੀਵ, ਜੇ ਤੂੰ ਬੰਦਗੀ ਨਾ ਕੀਤੀ, ਪਰਮਾਤਮਾ ਵੱਲੋਂ ਟੁੱਟਿਆ ਰਿਹਾ, ਇਹ ਜਿਹੜਾ ਤੇਰਾ ਸਰੀਰ ਹੈ ਇਹਨੂੰ ਜਿੰਨੇ ਮਰਜੀ ਇਹਦੇ ਉੱਤੇ ਚੰਦਨ ਦੇ ਅਰਕ ਤੇ ਹੋਰ ਜਿਹੜੇ ਅਤਲ ਫਲੇਲ ਨੇ ਉਹਨਾਂ ਨੂੰ ਲਾ ਕੇ ਜਿੰਨਾ ਮਰਜੀ ਖੁਸ਼ ਹੋ ਜਾਵੀਂ। ਇਹ ਔਰ ਇਸ ਕਰਕੇ ਕਹਿੰਦੇ ਨੇ ਗੁਰੂ ਜੀ, ਪਾਟ ਪਟੰਬਰ ਪੈਰ ਹਟਾਵੋ। ਅਨੇਕਾਂ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਕੇ, ਰੇਸ਼ਮੀ ਕੱਪੜੇ ਵੀ ਸਰੀਰ ਦੇ ਉੱਤੇ ਹੰਡਾ ਰਿਹਾ ਹੋਵੇਂ। ਬਿਨ ਹਰ ਨਾਮ ਕਹਾਂ ਸੁਖ ਪਾਵੂੰ। ਪ੍ਰੀਤਮ ਵਾਹਿਗੁਰੂ ਦੇ ਨਾਮ ਤੋਂ ਬਗੈਰ ਭਾਈ ਸੰਸਾਰ ਦੇ ਉੱਤੇ ਇਹਨਾਂ ਵਸਤੂਆਂ ਨੇ ਤੈਨੂੰ ਸੁੱਖ ਨਹੀਂ ਦੇਣਾ ਤੇ ਨਾ ਹੀ ਸੁੱਖ ਨਾਮ ਤੋਂ ਬਗੈਰ ਤੈਨੂੰ ਸੁੱਖ ਕਿਤੇ ਪ੍ਰਾਪਤ ਹੋਵੇਗਾ। ਕਿਆ ਪਹਿਰੂੰ ਕਿਆ ਓਡ ਦਿਖਾਵੂੰ, ਬਿਨ ਜਗਦੀਸ਼ ਕਹਾਂ ਸੁਖ ਪਾਵੂੰ। ਇਹ ਜਿਹੜੇ ਤੂੰ ਮਹਿੰਗੇ ਗਹਿਣੇ ਪਾ ਕੇ ਜਾਂ ਅਨੇਕਾਂ ਤਰ੍ਹਾਂ ਦੇ ਹੋਰ ਸੋਨੇ ਦੀਆਂ ਵਸਤੂਆਂ ਪਾ ਕੇ ਕਿਹਨੂੰ ਦਿਖਾ ਰਿਹਾ ਭਾਈ? ਜਿਹੜਾ ਪ੍ਰੀਤਮ ਨਿਰੰਕਾਰ ਸੱਚੇ ਪਾਤਸ਼ਾਹ ਸਾਰੀਆਂ ਵਸਤੂਆਂ ਦਾ ਮਾਲਕ ਹੈ, ਉਹਨੂੰ ਤੂੰ ਤਾਂ ਭੁੱਲ ਚੁੱਕਿਆ ਹੈ। ਤਾਂ ਕਹਿੰਦੇ ਉਹਨੂੰ ਭੁੱਲਣ ਦੇ ਨਾਲ ਤੈਨੂੰ ਲੋਕਾਂ ਨੂੰ ਭਾਵੇਂ ਦਿਖਾਵਾ ਤੇ ਕਰੀ ਜਾਵੀਂ, ਪਰ ਉਹਦੀ ਦਰਗਾਹ ਦੇ ਵਿੱਚ ਤੈਨੂੰ ਕਦੀ ਸੁੱਖ ਪ੍ਰਾਪਤ ਨਹੀਂ ਹੋਵੇਗਾ। ਰਹਾਉ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਕੰਨਾਂ ਦੇ ਵਿੱਚ ਤੂੰ ਅਨੇਕਾਂ ਭਾਵੇਂ ਮਹਿੰਗੇ ਤੋਂ ਮਹਿੰਗੀਆਂ ਮੁਰਕੀਆਂ ਪਾ ਲਵੀਂ। ਅੱਜ ਜਦੋਂ ਮੈਂ ਬਚਨ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੜ੍ਹਿਆ, ਇਹ ਤਕਰੀਬਨ 500 ਸਾਲ
ਪਹਿਲਾਂ ਇਹ ਬਚਨ ਉਚਾਰਨ ਹੋ ਗਿਆ। 400 ਸਾਲ ਪਹਿਲਾਂ ਇਹ ਬਚਨ ਉਚਾਰਨ ਹੋ ਗਿਆ। ਦੇਖੋ ਉਹ ਕਹਿੰਦੇ ਹੁੰਦੇ what goes round comes round, ਜਿਹੜੀ ਚੀਜ਼ ਹੈ ਇਹ ਘੁੰਮਦੀ ਹੈ ਮੁੜ ਕੇ ਫਿਰ ਸੰਸਾਰ ਦੇ ਉੱਤੇ ਲਾਗੂ ਹੋ ਜਾਂਦੀ। ਅੱਜ ਵੀ ਦੇਖ ਲਓ ਕਿੰਨਾ ਰਿਵਾਜ ਚੱਲਿਆ ਹੋਇਆ, ਕੰਨਾਂ ਦੇ ਵਿੱਚ ਮੁੰਦਰਾਂ ਪਾਣੀਆਂ, ਕੰਨਾਂ ਦੇ ਵਿੱਚ ਮੁਰਕੀਆਂ ਪਾਣੀਆਂ। ਔਰ ਇਹ ਮਹਾਰਾਜ ਨੇ ਪਹਿਲੇ ਇਹਦੇ ਬਾਰੇ ਗਿਆਨ ਦਿੱਤਾ। ਕਹਿੰਦੇ ਨੇ ਵੀ ਤੂੰ ਜਿੰਨਾ ਮਰਜ਼ੀ ਕੰਨਾਂ ਦੇ ਵਿੱਚ ਵਾਲੀਆਂ ਪਾ ਲਾ, ਕੰਨਾਂ ਦੇ ਵਿੱਚ ਜਿੰਨੀਆਂ ਮਰਜ਼ੀ ਮੁਰਕੀਆਂ ਪਾ ਲਾ, ਸੁੱਚੇ ਮੋਤੀਆਂ ਦੀ ਮਾਲਾ ਵੀ ਗਲ ਦੇ ਵਿੱਚ ਪਾ ਲਾ, ਤੇ ਲਾਲ ਰੰਗ ਕਹਿੰਦੇ ਇਸ ਕਰਕੇ ਮਹਿੰਗੀ ਤੋਂ ਮਹਿੰਗੀ ਵਿਛਾਈ ਕਰਕੇ ਜਿਸ ਦੇ ਉੱਤੇ ਤੇ ਆਰਾਮ ਕਰਨਾ, ਉਹਦੇ ਉੱਤੇ ਗੁਲਾਬ ਦੇ ਫੁੱਲਾਂ ਨੂੰ ਵੀ ਵਿਛਾਣਾ ਕਰ ਲੈ। ਬਿਨ ਜਗਦੀਸ਼ ਕਹਾਂ ਸੁਖ ਪਾਲਾ, ਪਰਮਾਤਮਾ ਦੇ ਨਾਮ ਜਪੇ ਤੋਂ ਬਗੈਰ ਜਿੰਨਾ ਮਰਜੀ ਇਹ ਅਡੰਬਰ ਕਰ ਲਵੇਂ, ਜੇ ਤੈਨੂੰ ਸੁਖ ਨਹੀਂ ਪ੍ਰਾਪਤ ਹੋਵੇਗਾ, ਕਿੱਥੋਂ ਸੁਖ ਭਾਲੇਗਾ ਪ੍ਰੀਤਮ ਵਾਹਿਗੁਰੂ ਦੇ ਨਾਮ ਤੋਂ ਬਗੈਰ। ਨੈਣ ਸਲੋਨੀ ਸੁੰਦਰ ਨਾਰੀ, ਘੋੜ ਸਿੰਗਾਰ ਕਰੈ ਅਤ ਪਿਆਰੀ। ਬੜੀ ਸੋਹਣੀ ਘਰ ਵਾਲੀ ਤੇਰੀ ਹੋਵੇ, ਬਹੁਤ ਸੁੰਦਰ ਹੋਵੇ, ਬੜੇ ਸੋਹਣੀਆਂ ਅੱਖਾਂ ਵਾਲੀ ਹੋਵੇ, ਤੇ 16 ਸ਼ਿੰਗਾਰ ਵੀ ਕਰਕੇ ਉਹ ਇਸਤਰੀ ਬਹੁਤ ਸੋਹਣੀ ਲੱਗਦੀ ਹੋਵੇ, ਤੇਰੇ ਨਾਲ ਉਹ ਅਨੇਕਾਂ ਤਰ੍ਹਾਂ ਦੇ ਚੋਜ ਕਰੇ। ਬਿਨ ਜਗਦੀਸ਼ ਭਜੇ ਨਿਤ ਖੁਆਰੀ, ਗੁਰੂ ਨਿਰੰਕਾਰ ਦੇ ਨਾਮ ਤੋਂ ਬਗੈਰ ਭਾਈ ਇਸ ਤਰ੍ਹਾਂ ਵੀ ਕਰਨ ਦੇ ਨਾਲ ਇਹ ਸੰਸਾਰ ਦੇ ਉੱਤੇ ਸਾਨੂੰ ਖੁਆਰੀ ਮਤਲਬ ਕਿ ਖਰਾਬੀ ਹੀ ਹੁੰਦੀ ਆ, ਕੋਈ ਵੀ ਚੀਜ਼ ਸੁਖ ਦੇਣ ਵਾਲੀ ਨਹੀਂ ਬਣਦੀ। ਨੈਣ ਸਲੋਨੀ ਸੁੰਦਰ ਨਾਰੀ, ਘੋੜ ਸਿੰਗਾਰ ਕਰ ਵਾਹਿਗੁਰੂ ਦਰ ਕਰ ਮਹਿਲਾ ਸੇਜ ਸੁਖਾਲੀ, ਅਹਨਸ ਫੂਲ ਵਿਸ਼ਾਵੈ ਮਾਲੀ। ਜਿੰਨੇ ਮਰਜੀ ਦਰ ਘਰ ਜਿਹੜੇ ਵੱਡੇ ਵੱਡੇ ਘਰ ਬਣਾ ਲਾ, ਉਹਨਾਂ ਦੇ ਅੰਦਰ ਜਿਹੜੀ ਹੈ ਉਹ ਤੈਨੂੰ ਸੁਖ ਦੇਣ ਵਾਲੀ ਜਿਹੜੀ ਇਸਤਰੀ ਹੈ ਬੜੀ ਹੈ। ਔਰ ਉਹ ਜਿਹੜੀ ਸੇਜਾ ਜਿਹਦੇ ਉੱਤੇ ਤੂੰ ਰਾਤ ਨੂੰ ਆਰਾਮ ਕਰਦਾ ਹੈ, ਉਹਦੇ ਉੱਤੇ ਪਿਆ ਹੋਵੇਂ, ਪੈਣ ਤੋਂ ਪਹਿਲਾਂ ਜਿਹੜਾ ਤੇਰਾ ਸੇਵਾਦਾਰ ਹੈ ਉਹਦੇ ਉੱਤੇ ਤਾਜ਼ੇ ਫੁੱਲਾਂ ਦੀ ਸੇਜ ਇਹ ਮਾਲੀ ਵਿਛਾ ਦੇਵੇ। ਬਿਨ ਹਰ ਨਾਮ ਸੁਦੇਹ ਦੁਖਾਲੀ, ਪਰ ਹਰੀ ਪ੍ਰੀਤਮ ਦੇ ਨਾਮ ਤੋਂ ਬਗੈਰ ਇਹ ਦੇਹ ਸਦਾ ਹੀ ਦੁੱਖਾਂ ਦੇ ਵਿੱਚ, ਅਨੇਕਾਂ ਤਰ੍ਹਾਂ ਦੇ ਦੁੱਖ ਇਹਨੂੰ ਆਣ ਕੇ ਚੁੰਬੜੇ ਰਹਿਣਗੇ। ਹੈਵਰ ਗੈਵਰ ਨੇਜੇ ਵਾਜੇ, ਲਸ ਕਰ ਨੇਵ ਖਵਾਸੀ ਪਾਜੇ। ਜਿੰਨੇ ਮਰਜੀ ਮਹਿੰਗੇ ਤੋਂ ਮਹਿੰਗੇ ਘੋੜੇ ਰੱਖ ਲਾ, ਹਾਥੀ ਰੱਖ ਲਾ, ਨੇਜੇ ਕਹਿੰਦੇ ਨੇ ਜਿਹੜੀਆਂ ਸ਼ਾਸਤਰ ਹੁੰਦੇ ਨੇ ਉਹਨਾਂ ਨੂੰ, ਨੇਜਰ ਤੇ ਵਾਜੇ ਜਿਹੜੇ ਕਿ ਲੋਕ ਤੇਰੇ ਮੋਹਰੇ ਨੱਚਣ ਟੱਪਣ ਵਾਲੇ ਵੀ ਬਹੁਤ ਹੋਣ। ਲਸ਼ਕਰ ਕਹਿੰਦੇ ਨੇ ਫੌਜਾਂ ਨੂੰ, ਕਹਿੰਦੇ ਬੜੇ ਇਸ ਤਰ੍ਹਾਂ ਦੇ ਜਿਹੜੇ ਚੌਰ ਵਰਦਾਰ ਵੀ ਤੂੰ ਬੜੇ ਰੱਖੇ ਹੋਣ। ਬਿਨ ਜਗਦੀਸ਼ ਝੂਠੇ ਦਿਵਾਜੇ, ਪ੍ਰੀਤਮ ਵਾਹਿਗੁਰੂ ਤੋਂ ਬਗੈਰ ਇਹ ਵੀ ਸਾਰੀਆਂ ਖੇਡਾਂ ਸਾਰੀਆਂ ਝੂਠੀਆਂ ਹਨ, ਇਹ ਵੀ ਕਿਤੇ ਤੈਨੂੰ ਸੁਖ ਨਹੀਂ ਦੇਣਗੀਆਂ। ਸਿੱਧ ਕਹਾਵੋਂ ਰਿਦ ਸਿੱਧ ਬੁਲਾਵੋਂ, ਤਾਜ ਕੁਲੇ ਸਿਰ ਛਤਰ ਬਣਾਵੋਂ। ਚਾਹੇ ਆਪਣੇ ਆਪ ਦੇ ਵਿੱਚ ਰਿੱਧੀਆਂ ਸਿੱਧੀਆਂ ਹਾਸਲ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਉੱਚਾ ਤੇ ਸੁੱਚਾ ਸਿੱਧ ਅਖਵਾਵੇਂ, ਤੂੰ ਅਨੇਕਾਂ ਤਰ੍ਹਾਂ ਦੇ ਸਤਿਅੰਤਰ ਕਰ ਸਕੇ। ਇੱਥੇ ਕਦੀ ਖੰਭ ਲਾ ਕੇ ਉੱਡ ਜਾਵੇਂ, ਕਦੀ ਅੱਗ ਬਾਲ ਦੇਵੇਂ, ਕਦੀ ਹਵਾ ਚਲਾ ਦੇਵੇਂ, ਕਹਿੰਦੇ ਇਦਾਂ ਦੇ ਜਿੱਦਾਂ ਮਰਜ਼ੀ ਕਰੀ ਚੱਲੀ। ਔਰ ਬਹੁਤ ਮਹਿੰਗੇ ਟੋਪੇ ਤੇਰੇ ਸਿਰ ਦੇ ਉੱਤੇ ਰੱਖੇ ਹੋਣ, ਇਹ ਔਰ ਇੱਥੇ ਟੋਪੇ ਇਸ ਤਰ੍ਹਾਂ ਵੀ ਬਣੇ ਹੋਣ ਕਿ ਜਿਹੜੇ ਕਿ ਬਹੁਤ ਮਹਿੰਗੇ ਤਾਜ ਹੁੰਦੇ ਨੇ, ਤਾਜ ਵਾਂਗੂ ਟੋਪੇ ਬਣਾ ਕੇ ਵੀ ਸਿਰ ਦੇ ਉੱਤੇ ਤੇਰੇ ਰੱਖੇ ਹੋਣ। ਬਿਨ ਜਗਦੀਸ਼ ਕਹਾਂ ਸੱਚ ਪਾਵੂੰ, ਪ੍ਰੀਤਮ ਦੇ ਨਾਮ ਤੋਂ ਬਗੈਰ ਕਦੀ ਵੀ ਤੈਨੂੰ ਸੱਚ ਦੀ ਪ੍ਰਾਪਤੀ ਨਹੀਂ ਹੋਏਗੀ, ਸੁਖ ਦੀ ਪ੍ਰਾਪਤੀ ਨਹੀਂ ਹੋਏਗੀ। ਖਾਨ ਮਲੂਕ ਕਹਾਵੂੰ ਰਾਜਾ, ਅਬੇ ਤਬੇ ਕੂੜੇ ਹੈ ਪਾਜਾ। ਆਪਣੇ ਆਪ ਨੂੰ ਖਾਨ ਸਾਹਿਬ ਖਵਾਈ ਜਾਈ। ਖਾਨ ਸਾਹਿਬ ਮਤਲਬ ਕਿ ਚੌਧਰੀ। ਔਰ ਭਾਵੇਂ ਤੂੰ ਕਿੱਡਾ ਵੱਡਾ ਰਾਜਾ ਬਣ ਜਾਵੇਂ, ਤੇਰੇ ਕੋਲ 5000 10,000 ਅਨੇਕਾਂ ਤਰ੍ਹਾਂ ਦੀਆਂ ਫੌਜਾਂ ਹੋਣ, ਤੇਰੇ ਕੋਲ ਮੁਲਕ ਵੀ ਹੋਣ, ਅਬੇ ਤਬੇ ਕੂੜੇ ਹੈ ਪਾਜਾ। ਕਹਿੰਦੇ ਇਹ ਸਾਰੇ ਜਿਹੜੇ ਰਾਜ ਨੇ ਇਹ ਦਿਖਲਾਵੇ ਮਾਤਰ ਹੀ ਹਨ, ਇਹ ਸਾਰੇ ਵੀ ਕੂੜ ਦੇ ਬਰਾਬਰ, ਝੂਠ ਦੇ ਬਰਾਬਰ, ਮਿੱਟੀ ਦੇ ਹੀ ਬਰਾਬਰ ਹਨ। ਬਿਨ ਗੁਰ ਸ਼ਬਦ ਨ ਸਵਰ ਸਕਾਜਾ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰਾ ਕੋਈ ਕਾਰਜ ਰਾਸ ਨਹੀਂ ਆਵੇਗਾ। ਪਰ ਰਾਸ ਕਰਨ ਮਾਲਕ ਸੱਚੇ ਪਾਤਸ਼ਾਹ ਜੀ ਨਾਲ ਹੀ ਕਹਿ ਦਿੰਦੇ ਨੇ, ਗੁਰੂ ਦੀ ਬੰਦਗੀ ਤੋਂ ਬਗੈਰ ਤੇਰਾ ਕਾਰਜ ਇਹ ਚੀਜ਼ਾਂ ਵੀ ਸਵਾਰ ਨਹੀਂ ਸਕਣਗੀਆਂ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਇਹ ਜਿਹੜੇ ਦੋ ਵੱਡੇ ਰੋਗ ਤੈਨੂੰ ਚੁੰਬੜੇ ਹੋਏ ਨੇ,
ਇਹ ਦੈਂਤ ਤੇਰੇ ਅੰਦਰ ਬੈਠੇ ਹੋਏ ਨੇ, ਇਹਨਾਂ ਨੇ ਗੁਰੂ ਦੇ ਸ਼ਬਦ ਨੂੰ ਵਿਸਾਰ ਦਿੱਤਾ। ਤੈਨੂੰ ਉਹ ਚੇਤਾ ਹੀ ਨਹੀਂ ਕਿ ਤੇਰੇ ਅੰਦਰ ਗੁਪਤ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਨੂੰ ਰੱਖਿਆ ਹੋਇਆ ਹੈ। ਪਰ ਇਹ ਹਉਮੈ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਪਰ ਸਤਿਗੁਰਾਂ ਨੇ ਗਿਣੀਆਂ ਨੇ, ਉਹਨਾਂ ਦੇ ਕਾਰਨ ਕਰਕੇ ਤੈਨੂੰ ਬੜੀ ਹੀ ਮਾਣ ਹੋਇਆ ਹੁੰਦਾ ਕਿ ਮੈਂ ਐਡਾ ਵੱਡਾ ਹਾਂ, ਐਡਾ ਉੱਚਾ ਹਾਂ, ਮੇਰੇ ਕੋਲ ਇੰਨੇ ਘੋੜੇ ਹਨ, ਇੰਨੇ ਹਾਥੀ ਹਨ, ਇੰਨੇ ਲਸ਼ਕਰਬਾਜ਼ ਹਨ, ਮੇਰੇ ਗਲ ਦੇ ਵਿੱਚ ਇੰਨੇ ਮੋਤੀਆਂ ਦੀ ਮਾਲਾ ਹੈ, ਸੁੰਦਰ ਮੇਰੇ ਕੋਲ ਸੇਜਾਂ ਹਨ। ਪਰ ਇਸ ਕਰਕੇ ਕਹਿੰਦੇ ਵੀ ਤੂੰ ਇਹਦੇ ਵਿੱਚ ਫਸਿਆ ਇੰਨਾ ਹੋ ਗਿਆ, ਖੁੱਭ ਗਿਆ ਇਹ ਮਾਇਆ ਦੇ ਜੰਜਾਲ ਦੇ ਵਿੱਚ, ਤੈਨੂੰ ਪਰਮਾਤਮਾ ਵਿਸਰ ਗਿਆ। ਪਰ ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਸਾਰ ਦੇ ਰਹਿੰਦਿਆਂ ਉੱਤੇ ਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਈ, ਉਹਨਾਂ ਨੇ ਅਕਾਲ ਪੁਰਖ ਨੂੰ ਜਾਣ ਲਿਆ। ਪ੍ਰਣਵਤ ਨਾਨਕ ਸਰਣ ਤੁਮਾਰੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਇਹ ਸਾਰੀਆਂ ਵਸਤੂਆਂ ਕਦੋਂ ਪ੍ਰਾਪਤ ਕਰ ਸਕੇਂਗਾ ਜਿਹੜੀਆਂ ਗੁਰਮਤ ਵਾਲੀਆਂ ਨੇ, ਜਿਹੜੀਆਂ ਤੇਰੇ ਜੀਵਨ ਨੂੰ ਸਫਲ ਕਰਨੀਆਂ ਵਾਲੇ ਨੇ, ਉਹ ਜਦੋਂ ਤੁਸੀਂ ਸਾਡੀ ਸ਼ਰਨ ਦੇ ਵਿੱਚ ਆਉਣਾ ਕਰੋਗੇ। ਗੌੜੀ ਮਹਲਾ ਪਹਿਲਾ। ਸੇਵਾ ਏਕ ਨਾ ਜਾਣ ਸੇ ਅਵਰੇ, ਪਰ ਪੰਚ ਬਿਆਦ ਤਿਆਗੈ ਕਵਰੇ। ਪਰ ਉੱਥੇ ਜਿਹੜਾ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਪ੍ਰਣਵਤ ਨਾਨਕ ਸਰਣ ਤੁਮਾਰੀ, ਉਹ ਜਿਹੜਾ ਜੀਵ ਹੈ ਜਿਸ ਨੇ ਪ੍ਰਮਾਤਮਾ ਨੂੰ ਪਛਾਣ ਲਿਆ, ਉਹ ਆਣ ਕੇ ਫੇਰ ਕਹਿੰਦਾ ਹੈ ਕਿ ਸਤਿਗੁਰ ਮੈਂ ਤਾਂ ਤੇਰੀ ਸ਼ਰਨ ਦੇ ਵਿੱਚ ਆਣ ਕੇ ਬੈਠ ਗਿਆ ਹਾਂ। ਹੁਣ ਜਿਹੜਾ ਜੀਵ ਸ਼ਰਨ ਦੇ ਵਿੱਚ ਬੈਠ ਗਿਆ, ਕੀ ਹੁੰਦਾ ਹੈ, ਜਿਹੜੇ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਚੱਲ ਰਹੇ ਹੁੰਦੇ ਨੇ, ਇਹਨਾਂ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਦੂਸਰੇ ਸ਼ਬਦ ਨੂੰ ਨਾਲ ਹੀ ਤਕਰੀਬਨ ਸਤਿਗੁਰਾਂ ਨੇ ਗਿਆਨ ਦਿੱਤਾ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਹੁਣ ਮਨਮੁਖਾਂ ਦੀ ਜਾਂ ਜਿਹੜੇ ਸਤਿਗੁਰ ਨੂੰ, ਨਿਰੰਕਾਰ ਨੂੰ, ਵਾਹਿਗੁਰੂ ਨੂੰ ਭੁੱਲ ਚੁੱਕੇ ਨੇ, ਉਹਨਾਂ ਦੀ ਗੱਲ ਕੀਤੀ ਹੈ। ਰਾਜੇ ਮਹਾਰਾਜਾ ਦੀ ਵੀ ਗੱਲ ਕੀਤੀ ਵੀ ਇਹ ਵੀ ਮਿੱਟੀ ਦੇ ਬਰੋਬਰ ਹੀ ਸਭ ਨੇ। ਇੱਥੇ ਹੁਣ ਸਤਿਗੁਰ ਕਹਿੰਦੇ ਨੇ ਸੇਵਾ ਏਕ ਨਸ ਜਾਣ ਸਬਰੈ, ਪਰ ਪੰਜ ਬਿਆਦ ਤਿਆਗੇ ਕਬਰੇ। ਪਰ ਇਦਾਂ ਦੇ ਲੋਕਾਂ ਨੂੰ ਫਿਰ ਗਿਆਨ ਦਿੰਦੇ ਨੇ ਸਤਿਗੁਰ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਜਿਹੜੀ ਤੂੰ ਕਦੀ ਕੀਤੀ ਨਹੀਂ, ਇਹ ਝੱਲੇ ਪੁਰਸ਼ ਤੈਨੂੰ ਸੇਵਾ ਕਰਨ ਦੀ ਜਾਚ ਵੀ ਨਹੀਂ ਆਈ, ਤੇ ਇਸ ਕਾਰਨ ਕਰਕੇ ਤੂੰ ਹੋਰ ਜਿਹੜੇ ਕੱਚੇ ਤੱਤ ਨੇ, ਜਿਹੜੇ ਦੁਖਦਾਈ ਤੱਤ ਨੇ, ਉਹਨਾਂ ਦੇ ਨਾਲ ਤੂੰ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਤਿਆਗਣਾ ਚਾਹੀਦਾ ਸੀ। ਹੁਣ ਜਦ ਤੂੰ ਸੇਵਾ ਹੀ ਨਹੀਂ ਕੀਤੀ, ਉਹਨਾਂ ਨੂੰ ਕਿਸ ਤਰ੍ਹਾਂ ਤਿਆਗੇਗਾ। ਪਰ ਪੰਜ ਬਿਆਦ ਤਿਆਗੇ ਕਬਰੇ, ਕਹਿੰਦੇ ਇਸ ਕਰਕੇ ਤੂੰ ਉਹ ਜਿਹੜਾ ਕੋੜਾ, ਇਹ ਚਿੰਤਾ ਦੇ ਰੋਗ ਜਿਹੜੇ ਨੇ, ਇਹ ਤੇਰਾ ਜੀਵਨ ਨੂੰ ਬਹੁਤ ਇਹਨਾਂ ਨੇ ਕੋੜਾ ਬਣਾਇਆ ਹੋਇਆ। ਜਿਸ ਨੇ ਤੂੰ ਇਹਨਾਂ ਨੂੰ ਕੋੜਾ ਬਣਾਇਆ ਹੋਇਆ ਹੈ, ਦੁਖਦਾਈ ਬਣਾਇਆ ਹੋਇਆ, ਕੋੜੇ ਤੋਂ ਮਤਲਬ ਹੈ ਦੁਖਦਾਈ, ਕਹਿੰਦੇ ਕੋਈ ਦੁਖਦਾਈ ਬਣਾਇਆ ਹੋਇਆ ਹੈ, ਤੇ ਫਿਰ ਤੂੰ ਕਿਸ ਤਰ੍ਹਾਂ ਇਹ ਸੰਸਾਰ ਦੇ ਉੱਤੇ ਸੁੱਖ ਪਾਏਗਾ। ਸੇਵਾ ਨੂੰ ਤਾਂ ਬਾਰੇ ਤਾਂ ਤੈਨੂੰ ਗਿਆਨ ਕੋਈ ਨਹੀਂ। ਪਾਏ ਮਿਲੇ ਸੱਚ ਸਾਚੈ ਸੱਚ ਰੇ। ਜੇ ਕਿਤੇ ਪ੍ਰੇਮ ਦੇ ਵਿੱਚ ਉਹ ਸੱਚੇ ਪੁਰਸ਼ ਤੈਨੂੰ ਮਿਲ ਜਾਵਣ, ਜਿਨ੍ਹਾਂ ਦੇ ਨਾਲ ਤੂੰ ਬੈਠ ਕੇ ਵੀ ਆਪਣੇ ਆਪ ਨੂੰ ਇਹ ਸਾਰੇ ਦੁੱਖਾਂ ਦੀ ਨਿਵਰਤੀ ਕਰਕੇ ਪ੍ਰਵਿਰਤ ਹੋ ਜਾਂਦਾ ਹੈ, ਤੂੰ ਪਵਿੱਤਰ ਹੋ ਜਾਵੇਂਗਾ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ। ਕੋਈ ਵਿਰਲਾ ਸੰਸਾਰ ਦੇ ਉੱਤੇ ਉਹ ਰਮੇ ਹੋਏ ਰਾਮ ਦਾ ਭਗਤ ਹੈ ਭਾਈ, ਉਹ ਐਸਾ ਰਾਮ ਭਗਤ ਜਨ ਸੋਈ। ਕੋਈ ਐਸਾ ਵਿਰਲਾ ਪੁਰਸ਼ ਹੀ ਹੈ ਜਿਹੜਾ ਕਿ ਨਿਰੰਕਾਰ ਦੇ ਗੁਣਾਂ ਨੂੰ ਪਛਾਣ ਲੈਂਦਾ ਨਾਮ ਦੀ ਕਿਰਪਾ ਦੇ ਨਾਲ। ਹਰ ਗੁਣ ਗਾਏ ਮਿਲੇ ਮਲ ਧੋਈ, ਕਹਿੰਦੇ ਉਹ ਕੀ ਕਰਦਾ, ਉਹ ਪ੍ਰੀਤਮ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ। ਨਾਮ ਜਪ ਜਪ ਕੇ ਉਸ ਨੇ ਅੰਦਰ ਦੀ ਸਾਰੀ ਮੈਲ ਨੂੰ ਖਤਮ ਕਰ ਦਿੱਤਾ, ਤੇ ਉਸ ਦਾ ਮਿਲਾਪ ਪ੍ਰਮਾਤਮਾ ਦੇ ਨਾਲ ਹੋ ਗਿਆ। ਰਹਾਉ ਉਂਦੋ ਕਵਲ ਸਗਲ ਸੰਸਾਰ, ਦੁਰਮਤ ਅਗਨ ਜਗਤ ਪਰਜਾਰ। ਇਹ ਜਿਹੜਾ ਸਾਰਾ ਸੰਸਾਰ ਹੈ, ਇਹਦਾ ਜਿਹੜਾ ਕਮਲ ਦਾ ਫੁੱਲ ਹੈ, ਜਿਹਨੂੰ ਅਸੀਂ ਬਾਟਾ ਕਹਿੰਦੇ ਆ, ਆਪਾਂ ਬਹੁਤ ਵਾਰ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ, ਉਹ ਤਾਂ ਮੁੱਦਾ ਪਿਆ ਹੋਇਆ ਹੈ। ਔਰ ਨਾ ਹੀ ਇਹ ਕੋਈ ਐਸਾ ਕੰਮ ਕਰਦੇ ਨੇ ਵੀ ਉਸ ਦੇ ਨਾਲ ਜਿਹਦੇ ਵਿੱਚ ਉਹ ਸਿੱਧਾ ਹੋ ਜਾਵੇ। ਤੇ 10ਵੇਂ ਦੁਆਰ ਦੇ ਵਿੱਚ ਜਿਹੜਾ ਅੰਮ੍ਰਿਤ ਚੋ ਰਿਹਾ ਹੈ, ਉਹ ਅੰਮ੍ਰਿਤ ਵੀ ਭਾਗਾਂ ਵਾਲਾ ਹੀ ਕੋਈ ਭਾਈ ਦੇਖ ਸਕਦਾ, ਤੇ ਭਾਗਾਂ ਵਾਲਾ ਹੀ ਕੋਈ ਉਹਨੂੰ ਛਕ ਸਕਦਾ ਹੈ। ਉਸ ਅੰਮ੍ਰਿਤ ਦਾ ਇਹਨੂੰ ਗਿਆਨ ਕੋਈ ਨਹੀਂ। ਕਹਿੰਦੇ ਪਰ ਇਸ ਕਾਰਨ ਕਰਕੇ ਇਹਦਾ ਜਿਹੜਾ ਮਨ ਹੈ ਜਾਂ ਇਹਦੇ ਜਿਹੜਾ ਸਰੀਰ ਹੈ, ਦੋਨੋਂ ਨਿਰਗੁਣ ਤੇ ਸਰਗੁਣ ਸਰਗੁਣ ਸਰੂਪ ਜਿਹੜੇ ਨੇ, ਦੁਰਮਤ ਅਗਨ ਜਗਤ ਪਰਜਾਰੇ। ਇਹ ਜਿਹੜੀ ਦੁਰਮਤ ਦੀ ਖੋਟੀ ਮਤ ਦੀ ਅੱਗ ਹੈ, ਇਹ ਸਾਰੇ ਸੰਸਾਰ ਨੂੰ ਹੀ ਬੁਰੀ ਤਰ੍ਹਾਂ ਸਾੜ ਰਹੀ ਹੈ। ਸੋ ਉਬਰੇ ਗੁਰ ਸ਼ਬਦ ਵਿਚਾਰ, ਉਹ ਇਦੂ ਅੱਗ ਦੇ ਕੋਲੋਂ ਬਚ ਜਾਂਦੇ ਨੇ ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ, ਉਹਦੇ ਹੁਕਮ ਨੂੰ ਪਹਿਚਾਣ ਲੈਂਦੇ ਹਨ।
पिरंग पतंग कुंचर अर मीना मिर्ग मरै सह अपना कीना। ਭਰਿੰਗ ਕਹਿੰਦੇ ਨੇ ਭੋਰੇ ਨੂੰ, ਭੋਰਾ ਇਹ ਫੁੱਲਾਂ ਦੇ ਉੱਤੇ ਜਾ ਕੇ ਬਹਿੰਦਾ ਹੁੰਦਾ, ਕਾਲੇ ਰੰਗ ਦਾ ਹੈ। ਔਰ ਉਹ ਤੋਂ ਬਾਅਦ ਕਹਿੰਦੇ ਨੇ ਪਤੰਗ, ਜਿਹੜਾ ਪਤੰਗਾ ਉਹਨੂੰ ਕਹਿ ਦਿੰਦੇ ਆ, ਅਤੇ ਮੀਨਾ ਮੱਛੀ, ਹਾਥੀ, ਜਿਹੜੇ ਇਹ ਸਾਰੇ ਨੇ ਮਿਰਗ ਮਰੈ, ਔਰ ਜਿਹੜਾ ਮਿਰਗ ਕਹਿੰਦੇ ਨੇ ਹਰ ਨੂੰ, ਕਹਿੰਦੇ ਇਹ ਸਾਰਿਆਂ ਨੇ ਅੰਤ ਦੇ ਉੱਤੇ ਮਰ ਜਾਣਾ, ਆਪਣੇ ਆਪਣੇ ਕਰਮ ਭੋਗ ਕੇ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ, ਪਰ ਇਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੀ ਵੀ ਨਹੀਂ ਖਤਮ ਹੁੰਦੀ, ਇਸ ਕਰਕੇ ਪ੍ਰਮਾਤਮਾ ਨੂੰ ਨਹੀਂ ਜਾਣ ਸਕਦੇ। ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ। ਆ ਜਦੋਂ ਭਰਿੰਗ ਦੀ ਗੱਲ ਆਈ ਨਾ, ਮੈਨੂੰ ਹੁਣ ਚੇਤਾ ਆ ਗਿਆ ਇੱਕ ਸਾਖੀ ਦਾ ਛੋਟੀ ਜਿਹੀ ਦਾ। ਇਹ ਹੋਰ ਆਪ ਜੀ ਨੂੰ ਪ੍ਰੇਮ ਪਾਵੇਗੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ। ਕਹਿੰਦੇ ਨੇ ਜਿਹੜੇ ਇਹ ਭੂੰਡ ਵਰਗਾ ਹੁੰਦਾ, ਕਾਲੇ ਰੰਗ ਦਾ, ਫੁੱਲਾਂ ਦੇ ਉੱਤੇ ਜਾ ਕੇ ਬੈਠਾ ਹੁੰਦਾ। ਇੱਕ ਇਹਦਾ ਭਰਾ ਵੀ ਹੈ, ਉਹਨੂੰ ਭੂੰਡ ਕਹਿੰਦੇ ਨੇ। ਇਹ ਭੋਰਾ ਬਣ ਜਾਂਦਾ ਜਿਹੜਾ ਫੁੱਲਾਂ ਤੇ ਬਹਿੰਦਾ, ਤੇ ਇੱਕ ਭੂੰਡ ਜਿਹੜਾ ਕਿ ਆਮ ਖਾਸ ਕਰਕੇ ਗੰਦਗੀ ਦੇ ਉੱਤੇ ਰਹਿੰਦਾ। ਪਰ ਦੋਨਾਂ ਦਾ ਰੂਪ ਇੱਕੋ ਜਿਹਾ ਹੀ ਹੁੰਦਾ। ਜਿਨ੍ਹਾਂ ਨੇ ਇਹਨਾਂ ਨੂੰ ਦੇਖਿਆ ਉਹ ਇਸ ਚੀਜ਼ ਨੂੰ ਜਾਣ ਲੈਣਗੇ। ਕਹਿੰਦੇ ਇੱਕ ਵਾਰੀ ਕੀ ਹੋਇਆ, ਇਹਨਾਂ ਦੋਨਾਂ ਦੀ ਦੋਸਤੀ ਪੈ ਗਈ, ਭੂੰਡ ਦੀ ਤਾਂ ਇਹ ਭੋਰੇ ਦੀ ਦੋਸਤੀ ਪੈ ਗਈ। ਤੇ ਇਹ ਭੂੰਡ ਨੇ ਆਖਿਆ ਭੋਰੇ ਨੂੰ, ਆਖਣ ਲੱਗਾ ਵੀ ਤੂੰ ਇੱਥੇ ਹਰ ਵੇਲੇ ਫੁੱਲਾਂ ਦੇ ਉੱਤੇ ਗੂੰ ਗੂੰ ਕਰਦਾ ਫਿਰਦਾ ਰਹਿਣਾ ਹੈ, ਇੱਕ ਫੁੱਲ ਤੋਂ ਜਾ ਕੇ ਦੂਜੇ ਫੁੱਲ ਦੀ ਸੁਗੰਧੀ ਲੈਣ ਨੂੰ ਤੁਰਿਆ ਫਿਰਦਾ, ਕਿਤੇ ਆ ਮੇਰੇ ਨਗਰ ਦੇ ਵਿੱਚ ਆ, ਮੈਂ ਤੈਨੂੰ ਸੈਰ ਕਰਾਵਾਂ। ਉੱਥੇ ਬੇਅੰਤ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੂੰ ਦੇਖ ਦੇਖ ਕੇ ਬੜਾ ਖੁਸ਼ ਹੋਵੇਂਗਾ, ਪਰ ਜੰਗਲ ਬਿਆਰਮਾਨ ਦੇ ਵਿੱਚ ਤੈਨੂੰ ਮਿਲਦਾ ਕੱਖ ਨਹੀਂ। ਭੋਰੇ ਨੇ ਇਹਦੀ ਗੱਲ ਮੰਨ ਲਈ। ਗੱਲ ਮੰਨ ਕੇ ਇੱਕ ਵਾਰ ਇਹ ਆਪਣੇ ਦੋਸਤ ਨੂੰ ਮਿਲਣ ਵਾਸਤੇ ਚਲੇ ਗਿਆ, ਭੂੰਡ ਨੂੰ। ਤੇ ਜਿਸ ਵੇਲੇ ਜਾ ਕੇ ਕੀ ਦੇਖਦਾ, ਇਹ ਭੂੰਡ ਗੰਦੀ ਤੋਂ ਗੰਦੀ ਵਸਤੂ ਦੇ ਉੱਤੇ ਬਹਿੰਦਾ, ਭੋਰਾ ਬਹਿੰਦਾ ਨਹੀਂ। ਜਿਹੜੀ ਭੈੜੀ ਉਹਨੂੰ ਉਹ ਤੋਂ ਮੁਸ਼ਕ ਆਉਣ ਡਿਆ ਹੁੰਦਾ ਹੈ, ਉਹਦੇ ਉੱਤੇ ਇਹ ਭੋਰਾ ਨਹੀਂ ਬਹਿੰਦਾ। ਤੇ ਭੂੰਡ ਉਹਨੂੰ ਕਹਿੰਦਾ ਵੀ ਆਹ ਦੇਖਾ ਕੇ, ਉਹ ਕਹਿੰਦਾ ਨਹੀਂ, ਇਹ ਸਾਰਾ ਜਿਹੜਾ ਜੋ ਕੁਝ ਹੈ ਇਹ ਗੰਦਗੀ ਦਾ ਭਰਿਆ ਹੋਇਆ ਹੈ। ਇੱਥੇ ਤਾਂ ਜਾਣੀ ਕਿ ਤੇਰੇ ਅੰਦਰ ਵੀ ਬੇਅੰਤ ਗੰਦਗੀ ਹੈ, ਤੇਰੀ ਮਤ ਗੰਦਗੀ ਵਰਗੀ ਹੀ ਬਣ ਚੁੱਕੀ ਹੈ। ਕਿਤੇ ਸਮਾਂ ਪਾ, ਤੂੰ ਏਦਾਂ ਕਰ, ਮੇਰੇ ਨਾਲ ਮੇਰੇ ਸਥਾਨ ਦੇ ਉੱਤੇ ਰਹਿ ਆਣ ਕੇ, ਮੈਂ ਤੈਨੂੰ ਉਹ ਚੀਜ਼ਾਂ ਦਾ ਗਿਆਨ ਦੇਵਾਂਗਾ, ਉਹਨਾਂ ਚੀਜ਼ਾਂ ਦੇ ਨਾਲ ਜੋੜਾਂਗਾ, ਉਹਨਾਂ ਸੁਗੰਧੀਆਂ ਦੇ ਨਾਲ ਤੈਨੂੰ ਜੋੜਾਂਗਾ ਜਿਹੜੀਆਂ ਤੈਨੂੰ ਸਦਾ ਆਨੰਦ ਦੇ ਵਿੱਚ ਰੱਖਣਗੀਆਂ। ਤੇ ਇਹ ਭੂੰਡ ਆਖਣ ਲੱਗਾ ਵੀ ਚੱਲ ਕੋਈ ਨਹੀਂ, ਤੇਰੀ ਗੱਲ ਵੀ ਮੈਂ ਮੰਨ ਲੈਣਾ। ਇਸ ਨੇ ਭੂੰਡ ਦੀ ਗੱਲ ਮੰਨ ਲਈ। ਤੇ ਇੱਕ ਦਿਨ ਕੀ ਹੋਇਆ, ਇਹ ਭੂੰਡ ਭੋਰੇ ਦੇ ਘਰ ਚਲੇ ਗਿਆ, ਭੋਰੇ ਦੇ ਮੁਲਕ ਦੇ ਵਿੱਚ ਚਲੇ ਗਿਆ, ਜਾਂ ਉਹ ਬਗੀਚੇ ਦੇ ਵਿੱਚ ਚਲੇ ਗਿਆ ਜਿੱਥੇ ਭੋਰਾ ਵੱਖਰੀਆਂ ਸੁਗੰਧਾਂ ਫੁੱਲਾਂ ਦੇ ਉੱਤੇ ਲੈ ਰਿਹਾ ਸੀ। ਇਹ ਆਖਣ ਲੱਗਾ ਵੀ ਤੂੰ ਏਦਾਂ ਕਰ, ਤੂੰ ਵੀ ਜੋ ਮੈਂ ਕਰਾਂ ਸੋ ਕਰ। ਭੂੰਡ ਵੀ ਕਰਨ ਲੱਗ ਪਿਆ ਭਾਈ। ਭੂੰਡ ਕਰਦਾ ਇੰਨੀ ਮਸਤੀ ਦੇ ਵਿੱਚ ਆ ਗਿਆ, ਸਾਰੀ ਉਹਦੇ ਅੰਦਰ ਦੀ ਜਿਹੜੀ ਮੈਲ ਸੀ ਇਸ ਸੁਗੰਧੀ ਦੇ ਨਾਲ, ਫੁੱਲਾਂ ਦੀ ਵੱਖਰੀ ਸੁਗੰਧੀ ਦੇ ਨਾਲ ਉਸ ਦੀ ਸਾਰੀ ਮੈਲ ਦੂਰ ਹੋ ਗਈ। ਇੱਕ ਦਿਨ ਕੀ ਹੋਇਆ, ਉਹ ਭੂੰਡ ਕਮਲ ਫੁੱਲ ਦੇ ਉੱਤੇ ਜਾ ਕੇ ਬੈਠਿਆ, ਪਰ ਕਮਲ ਫੁੱਲ ਦੀ ਖੁਸ਼ਬੂ ਇੰਨੀ ਪਿਆਰੀ, ਇੰਨੀ ਸੋਹਣੀ, ਇਹ ਐਸੀ ਮਸਤੀ ਇਹਨੂੰ ਉਸ ਖੁਸ਼ਬੂ ਦੀ ਚੜੀ, ਇਹ ਉਹਦੇ ਵਿੱਚ ਬੈਠਾ ਹੀ ਰਿਹਾ। ਜਦੋਂ ਬੈਠਾ ਰਿਹਾ ਤੇ ਸ਼ਾਮਾਂ ਪਈਆਂ, ਕਮਲ ਦਾ ਫੁੱਲ ਬੰਦ ਹੋ ਗਿਆ ਭਾਈ। ਇਹ ਜਿਹੜਾ ਭੋਰਾ ਸੀ ਇਹਨੇ ਦੇਖਿਆ ਵੀ ਭੂੰਡ ਪਤਾ ਨਹੀਂ ਕਿੱਥੇ ਚਲ ਗਿਆ, ਬੜਾ ਟੋਲਿਆ, ਇਹਨੂੰ ਨਹੀਂ ਲੱਭਿਆ, ਪਰ ਭੂੰਡ ਉਹ ਕਮਲ ਦੇ ਫੁੱਲ ਦੇ ਵਿੱਚ ਬੈਠਾ। ਸਵੇਰ ਹੋਈ, ਪੁਜਾਰੀ ਜੀ ਆਏ, ਉਹਨਾਂ ਨੇ ਕਮਲ ਦੇ ਫੁੱਲ ਤੋੜੇ, ਉਹਨਾਂ ਦੇ ਇਸ਼ਨਾਨ ਕਰਾ ਕੇ ਉਹਨਾਂ ਨੇ ਕਮਲ ਦਾ ਫੁੱਲ ਭਗਵਾਨ ਦੇ ਸਿਰ ਦੇ ਉੱਤੇ ਰੱਖ ਦਿੱਤਾ, ਕਿਉਂਕਿ ਇਹ ਕਮਲ ਦਾ ਫੁੱਲ ਭਗਵਾਨ ਦੇ ਸਿਰ ਤੇ ਵੀ ਟਿਕਦਾ ਤੇ ਪੈਰਾਂ ਦੇ ਵਿੱਚ ਵੀ ਟਿਕਦਾ ਹੈ। ਜਿਸ ਵੇਲੇ ਇਸ ਦੇ ਕਮਲ ਦੇ ਫੁੱਲਾਂ ਦਾ ਇਸ ਜਿਹਦੇ ਵਿੱਚ ਭੂੰਡ ਬੈਠਾ ਹੋਇਆ ਸੀ, ਇਹ ਜਾ ਕੇ ਭਗਵਾਨ ਦੇ ਸਿਰ ਦੇ ਉੱਤੇ ਜਾ ਕੇ ਬੈਠਾ, ਇੰਨੀ ਇਸ ਦੀ ਮਹੱਤਤਾ ਹੋਈ, ਇੰਨੀ ਮਾਨਤਾ, ਇੰਨਾ ਪ੍ਰੇਮ ਇਹਨੂੰ ਮਿਲਿਆ। ਤਾਂ ਉਹ ਜਿਹੜਾ ਜਲ ਸੀ, ਜਲ ਦੇ ਕਾਰਨ ਕਰਕੇ ਇਹ ਜਿਸ ਵੇਲੇ ਖੁੱਲਿਆ ਤੇ ਭੋਰਾ ਵੀ ਉੱਥੇ ਆ ਗਿਆ। ਭੋਰੇ ਨੇ ਆਣ ਕੇ ਜਿਸ ਵੇਲੇ ਕੀ ਦੇਖਦਾ, ਇਹ ਭੂੰਡ ਉਦੋਂ ਫੁੱਲ ਦੇ ਵਿੱਚ ਬੈਠਾ ਹੈ। ਤੇ ਫਿਰ ਕੀ ਕਰਦੇ ਨੇ ਪੰਡਿਤ, ਇਹ ਫੁੱਲਾਂ ਨੂੰ ਚੱਕ ਕੇ ਭਾਈ ਗੰਗਾ ਦੇ ਵਿੱਚ ਜਾਂ ਹੋਰ ਜਿਹੜੇ ਲਾਗੇ ਤੀਰਥ ਅਸਥਾਨ ਨੇ ਉਹਨਾਂ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ। ਔਰ ਜਿਸ ਵੇਲੇ ਇਹਨੂੰ ਜਲ ਪ੍ਰਵਾਹ ਕਰਨ ਲੱਗੇ ਤੇ ਭੂੰਡ ਨੂੰ ਆਖਣ ਲੱਗਾ ਭੋਰਾ, ਓਏ ਹੁਣ ਤਾਂ ਸੁਰਤ ਕਰ, ਹੁਣ ਤਾਂ ਉੱਠਿਆ, ਹੁਣ ਤਾਂ
ਇੱਥੇ ਤੈਨੂੰ ਪਾਣੀ ਦੇ ਵਿੱਚ ਰੋੜ ਦੇਣਾ। ਇਹ ਆਖਣ ਲੱਗਿਆ, ਕਹਿੰਦਾ ਬੜੀ ਮੁੱਦਤਾਂ ਤੋਂ ਬਾਅਦ, ਬੜੇ ਜੀਵਨਾਂ ਤੋਂ ਬਾਅਦ ਮੈਂ ਕਮਲ ਦੇ ਫੁੱਲ ਦੇ ਵਿੱਚ ਬੈਠ ਕੇ ਉਹਦੀ ਸੁਗੰਧੀ ਦੇ ਰਾਹੀਂ ਆਪਣੇ ਜੀਵਨ ਨੂੰ ਪਵਿੱਤਰ ਕੀਤਾ। ਭਾਈ ਮੇਰੇ ਮਿੱਤਰਾ, ਮੈਂ ਭਗਵਾਨ ਦੇ ਸਿਰ ਦੇ ਉੱਤੇ ਤੇ ਭਗਵਾਨ ਦੇ ਚਰਨਾਂ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਤੇ ਸਜਿਆ ਹਾਂ। ਐਡੀ ਮੈਨੂੰ ਵਡਿਆਈ ਮਿਲੀ। ਹੁਣ ਮੇਰਾ ਜੀਵਨ ਸਫਲ ਹੋ ਗਿਆ। ਮੈਂ ਹੁਣ ਤੇਰੇ ਨਾਲ ਜਾਂ ਪਿਛਲੇ ਜੀਵਨ ਦੇ ਵਿੱਚ ਨਹੀਂ ਜਾਣਾ। ਇਸ ਕਾਰਨ ਕਰਕੇ ਕਰਨਾ ਮੈਂ ਹੁਣ, ਮੈਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੋ ਗਿਆ। ਭੂੰਡ ਭੌਰੇ ਨੂੰ ਦੱਸਦਾ ਇਹ ਹੈ, ਭਾਵੇਂ ਇਤਿਹਾਸ ਹੋਵੇ ਪਰ ਇਹਦੇ ਵਿੱਚ ਆਨੰਦ ਬੜਾ। ਉਹ ਆਖਦਾ ਕਿ ਮੈਂ ਮਾੜੇ ਤੋਂ ਮਾੜੇ ਕਰਮ ਕਰਨ ਤੋਂ ਬਾਅਦ ਤੇਰੀ ਸੰਗਤ ਕਰਨ ਦੇ ਨਾਲ ਮੈਂ ਇਹ ਪਦ ਵੀ ਹਾਸਲ ਕਰ ਲਈ ਕਿ ਮੈਂ ਭਗਵਾਨ ਦੇ ਸਿਰ ਤੇ ਬੈਠਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੇਰਾ ਜੀਵਨ ਸਫਲ ਹੋ ਗਿਆ। ਔਰ ਉਹ ਫੁੱਲ ਦੇ ਵਿੱਚ ਹੀ ਬੈਠਾ ਹੋਇਆ, ਜਲ ਦੇ ਵਿੱਚ ਹੀ ਚਲੇ ਗਿਆ। ਸੋ ਇਸ ਕਰਕੇ ਭਾਈ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਰ-ਬਾਰ ਰੋਜ਼ ਇਹਦੇ ਚੀਜ਼ ਦਾ ਗਿਆਨ ਦਿੰਦੇ ਨੇ ਵੀ ਦੇਖ ਭਾਈ, ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠ, ਸਾਧੂ ਜਨਾਂ ਦੀ ਸੰਗਤ ਦੇ ਵਿੱਚ ਬੈਠ, ਉੱਥੇ ਦਾ ਜਿਹੜਾ ਤੈਨੂੰ ਆਨੰਦ ਪ੍ਰਾਪਤ ਹੋਏਗਾ, ਉਹ ਆਨੰਦ ਦੇ ਰਾਹੀਂ ਤੂੰ ਪ੍ਰਮਾਤਮਾ ਦੇ ਵਿੱਚ ਭੇਦ ਹੋ ਜਾਏਗਾ, ਜਨਮ ਮਰਨ ਦਾ ਚੱਕਰ ਖਤਮ ਕਰ ਲਏਗਾ। ਇਹ ਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਜਿਹੜੀਆਂ ਚੀਜ਼ਾਂ ਨੂੰ ਗਿਣਿਆ ਹੈ। ਉਹ ਕਹਿੰਦੇ ਇਹਨਾਂ ਨੇ ਵੀ ਆਏ ਨੇ ਸੰਸਾਰ ਤੇ ਵੱਖਰੇ ਵੱਖਰੇ ਜੂਨਾਂ ਦੇ ਵਿੱਚ, ਇਹਨਾਂ ਨੇ ਵੀ ਇਦੂ ਸੰਸਾਰ ਦੇ ਉੱਤੇ ਆਪਣੇ ਕਰਮ ਭੋਗ ਕੇ ਚਲੇ ਜਾਣਾ। ਪਰ ਕਹਿੰਦੇ ਵੀ ਇਹਨਾਂ ਦੀ ਤ੍ਰਿਸ਼ਨਾ, ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ, ਮਾਇਆ ਦੇ ਵੱਖਰੇ ਵੱਖਰੇ ਬੇਅੰਤ ਤਰ੍ਹਾਂ ਦੇ ਰੂਪ ਨੇ। ਹੁਣ ਭ੍ਰਿੰਗ ਜਿਹੜਾ ਹੈ, ਜਿਹੜਾ ਭੌਰਾ ਆ, ਇਹ ਖੁਸ਼ਬੂਆਂ ਦੇ ਵਿੱਚ ਹੀ ਮਸਤੀ ਹਰ ਵੇਲੇ ਰਹਿੰਦਾ। ਉਹ ਜਿਹੜੀ ਖੁਸ਼ਬੂ ਉਹ ਮਾਇਆ ਰੂਪ ਹੈ। ਪਤੰਗ ਸਦਾ ਦੀਵੇ ਵੱਲ ਨੂੰ ਭੱਜਦਾ, ਉਹ ਜਿਹੜਾ ਉੱਥੇ ਦੀਵੇ ਦੇ ਉੱਤੇ ਇੰਨਾ ਇਹਦੇ ਅੰਦਰ ਪਿਆਰ ਹੁੰਦਾ ਦੀਵੇ ਦੇ ਵਾਸਤੇ, ਇਹ ਉੱਥੇ ਹੀ ਜਲ ਭੁੱਜ ਜਾਂਦਾ ਹੈ, ਮਰ ਜਾਂਦਾ ਉੱਤੇ। ਪਰ ਉਹ ਜਿਹੜਾ ਦੀਵੇ ਦੀ ਲਾਈਟ ਹੁੰਦੀ ਆ, ਉਹ ਇੱਕ ਮਾਇਆ ਦਾ ਰੂਪ ਇਹਦੇ ਵਾਸਤੇ ਹੁੰਦੇ ਹੈ। ਇਸੇ ਤਰ੍ਹਾਂ ਭਾਈ ਹਾਥੀ ਜਿਹੜਾ ਹੈ, ਇਹ ਕਾਮ ਦੇ ਕਾਰਨ ਕਰਕੇ ਜਾ ਕੇ ਟੋਇਆਂ ਦੇ ਵਿੱਚ ਡਿੱਗ ਜਾਂਦਾ ਹੈ, ਸ਼ਿਕਾਰੀ ਫੜ ਕੇ ਲੈ ਜਾਂਦੇ ਨੇ, ਬੜੇ ਦੁੱਖ ਪ੍ਰਾਪਤ ਕਰਦਾ। ਤੇ ਮੱਛੀ ਵੀ ਜਿਹੜੀ ਹੈ, ਇਸੇ ਤਰ੍ਹਾਂ ਮੱਛੀ ਵੀ ਜਿਹੜੀ ਹੈ, ਉਹ ਆਪਣਾ ਸੁੱਖ ਪ੍ਰਾਪਤ ਕਰਨ ਵਾਸਤੇ ਕਈ ਵਾਰ ਛੋਟੀ ਛੋਟੀ ਚੀਜ਼ਾਂ ਨੂੰ ਖਾ ਜਾਂਦੀ ਹੈ। ਤੇ ਜਦੋਂ ਫਿਰ ਉਤੋਂ ਡੋਰੀ ਆਉਂਦੀ ਹੈ ਨਾ, ਇਹ ਉਹਦਾ ਵੀ ਸਵਾਦ ਲੈਣ ਵਾਸਤੇ ਜਦੋਂ ਜਾਂਦੀ, ਇਹ ਵੀ ਉਹਦੇ ਵਿੱਚ ਆਪਣ ਮਰ ਕੇ ਫਸ ਕੇ ਮਰ ਜਾਂਦੀ ਹੈ। ਸੋ ਇਸ ਕਰਕੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਆਪਾਂ ਨੂੰ ਗਿਆਨ ਦਿੱਤਾ ਹੋਵੇ। ਕਹਿੰਦੇ ਕਾਮ ਚਿਤੇ ਕਾਮਣ ਹਿਤਕਾਰੀ, ਲੋਭ ਵਿਨਾਸੇ ਕ੍ਰੋਧ ਵਿਨਾਸੇ ਸਗਲ ਵਿਕਾਰੀ। ਕਹਿੰਦੇ ਪਰ ਜਿਹੜਾ ਕੋਈ ਪੁਰਸ਼ ਹੈ, ਇਹ ਐਡਾ ਸ਼ੈਤਾਨ ਹੈ, ਐਡਾ ਵੱਡਾ ਇਹ ਕੁਕਰਮੀ ਹੈ ਤੂੰ ਸੰਸਾਰ ਦੇ ਉੱਤੇ ਹੈ, ਜਿਹਦੇ ਨਾਲ ਇਸ ਦਾ ਆਨੰਦ ਵਿਵਾਹ ਹੋਇਆ ਹੁੰਦਾ ਕਿਸੇ ਰੂਪ ਦੇ ਵਿੱਚ ਵੀ। ਉਸ ਨਾਰੀ ਨੂੰ ਛੱਡ ਕੇ, ਆਪਣੀ ਘਰਵਾਲੀ ਨੂੰ ਛੱਡ ਕੇ, ਇਹ ਨਾ ਦੂਸਰਿਆਂ ਦੇ ਮਗਰ, ਦੂਸਰੀਆਂ ਔਰਤਾਂ ਦੇ ਮਗਰ, ਜਾਂ ਵੇਸਵਾ ਦੇ ਦੁਆਰੇ, ਜਾਂ ਹੋਰ ਕਾਮ ਐਡਾ ਹਾਵੀ ਇਹਦੇ ਉੱਤੇ ਹੁੰਦਾ, ਉਹਨਾਂ ਦੇ ਮਗਰ ਭੱਜਿਆ ਫਿਰਦਾ ਰਹਿੰਦਾ ਹਰ ਵੇਲੇ। ਸੋ ਇਹ ਉਹਨਾਂ ਦੇ ਪ੍ਰੇਮ ਦਾ ਚਸਕਾ ਇਹਨੂੰ ਪਿਆ ਹੁੰਦਾ, ਬਸ ਉਹਦੇ ਵਿੱਚ ਹੀ ਪਿਆ ਆਪਣਾ ਜੀਵਨ ਬਤੀਤ ਕਰ ਦਿੰਦਾ। ਕ੍ਰੋਧ ਵਿਨਾਸੇ ਸਗਲ ਵਿਕਾਰੀ, ਜਿਹੜਾ ਇਹ ਸਾਰਾ ਕ੍ਰੋਧ ਹੈ, ਸਾਰੇ ਵਿਕਾਰਾਂ ਦਾ ਮੂਲ, ਸਾਰੇ ਦੈਂਤਾਂ ਦਾ ਰਾਜਾ ਜਿਹੜਾ ਇਹ ਕ੍ਰੋਧ ਹੈ, ਉਹ ਇਸ ਨੂੰ ਨਾਸ ਕਰੀ ਜਾਂਦਾ ਹੈ। ਪਤ ਮਤ ਖੋਵੈ ਨਾਮ ਵਿਸਾਰੀ। ਇਸ ਤਰ੍ਹਾਂ ਦਾ ਜਿਹੜਾ ਸੰਸਾਰੀ ਜੀਵਨ ਹੈ, ਉਹ ਆਪਣੀ ਪਤ ਤੇ ਮਤ ਦੋਨੋਂ ਖੋ ਕੇ ਸੰਸਾਰ ਦੇ ਉੱਤੋਂ ਜਾਂਦਾ ਹੈ। ਇਹ ਮਤ ਨੂੰ ਭੁਲਾ, ਉਹ ਨਿਰੰਕਾਰ ਦੇ ਨਾਮ ਨੂੰ ਭੁੱਲ ਕੇ ਬਸ ਕਾਮੀ ਤੇ ਕ੍ਰੋਧੀ ਬਣ ਕੇ ਇਹ ਆਪਣੇ ਪਤ ਨੂੰ ਗਵਾ ਕੇ ਸੰਸਾਰ ਤੋਂ ਜਾਂਦਾ ਹੈ। ਪਰ ਕਰ ਚੀਤ ਮਨ ਮੁਖ ਡੋਲਾਏ, ਗਲ ਜੇਵਰੀ ਤੰਦੇ ਲਪਟਾਏ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਮਨਮੁਖ ਪੁੱਛ ਨੇ, ਪਰਾਏ ਘਰਾਂ ਨੂੰ ਲੁੱਟਣ ਵਿੱਚ, ਪਰਾਏ ਕੰਮਾਂ ਨੂੰ, ਪਰਾਏ ਘਰਾਂ ਨੂੰ ਲੁੱਟਣ ਵਿੱਚ ਹੀ ਇਹ ਹਰ ਵੇਲੇ ਇਹਨਾਂ ਦਾ ਚਿੱਤ ਡੁੱਲਦਾ ਰਹਿੰਦਾ, ਉਧਰ ਨੂੰ ਚਿੱਤ ਕਰਦਾ ਇਹਨਾਂ ਦਾ ਵਿਕਾਰ ਕਰਨ ਵਾਸਤੇ। ਗਲ ਜੇਵਰੀ ਤੰਦੇ ਲਪਟਾਏ, ਇਸ ਕਾਰਨ ਕਰਕੇ ਇਹਨਾਂ ਦੇ ਗਲ ਦੇ ਵਿੱਚ ਜਿਹੜੀ ਹਉਮੈ ਦਾ ਫਾਹਾ ਪਿਆ ਹੋਇਆ ਹੈ, ਔਰ ਇਹ ਮੁਹੰਮੇ ਦਾ ਫਾਹਾ ਇਹਨਾਂ ਨੂੰ ਗਲਤ ਧੰਦਿਆਂ ਵਿੱਚ ਲਪਟਾ ਕੇ ਗਲਤ ਪਾਸਿਆਂ ਨੂੰ ਤੋਰ ਰਿਹਾ ਹੈ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਾਹਾਂ ਜਾ ਕੇ ਦੱਸਣਗੇ ਵੀ ਇਹਨਾਂ ਦਾ ਹਾਲ ਕੀ ਹੁੰਦਾ। ਗੁਰਮੁਖ ਛੂਟਸ ਹਰ ਗੁਣ ਗਾਏ, ਜਿਹੜੇ ਗੁਰਮੁਖ ਪਿਆਰੇ ਨੇ ਸਤਿਗੁਰ ਦੀ ਮੱਤ ਲੈ ਕੇ ਨਿਰੰਕਾਰ ਦੇ ਕਿਰਪਾ ਦੇ ਨਾਲ ਹਰ ਪਾਪ ਤੋਂ ਬਚ ਜਾਂਦੇ ਨੇ, ਹਰ ਵਿਕਾਰ ਤੋਂ, ਹਰ ਤੱਤ ਜਿਹੜਾ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲਾ, ਉਹਦੇ ਕੋਲੋਂ ਬਚ ਜਾਂਦੇ ਨੇ। ਕਦੋਂ?
ਜਦੋਂ ਉਹ ਪ੍ਰੀਤਮ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਜਿਉ ਤਨ ਵਿਦਵਾ ਭਰ ਕੋ ਦੇਈ, ਕਾਮ ਦਾਮ ਚਿਤ ਪਰਵਸ ਸੇਈ। ਕਹਿੰਦੇ ਇਹ ਜਿਹੜੇ ਕਈ ਇਸ ਤਰ੍ਹਾਂ ਸੰਸਾਰ ਦੇ ਉੱਤੇ ਜੀਵ ਨੇ, ਜਿਸ ਤਰ੍ਹਾਂ ਇੱਕ ਵਿਧਵਾ ਉਹ ਫਿਰ ਪਰਾਇਆ ਮਰਦਾਂ ਨੂੰ ਆਪਣਾ ਸਰੀਰ ਵੇਚਣਾ ਸ਼ੁਰੂ ਕਰ ਦਿੰਦੀ ਹੈ, ਔਰ ਜਿਸ ਵੇਲੇ ਪਰਾਇਆ ਮਰਦਾਂ ਨੂੰ ਆਪਣਾ ਸਰੀਰ ਸੌਂਪ ਦਿੰਦੀ ਹੈ, ਉਹ ਕੀ ਕਰਦੀ ਹੈ, ਉਹ ਜਿਹੜਾ ਕਾਮ ਦਾਮ ਚਿਤ ਪਰਵਸ ਹੋਏ, ਇਹ ਕਾਮ ਦੇ ਅਧੀਨ ਹੋ ਕੇ ਸਰੀਰ ਵੇਚਦੀ ਆ। ਇਹ ਤੇ ਬੇਸਵਾ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਨੇ। ਔਰ ਕਹਿੰਦੇ ਦਮੜਿਆਂ ਦੀ ਖਾਤਰ, ਪੈਸੇ ਦੀ ਖਾਤਰ ਜਿਹੜਾ ਚਿੱਤ ਹੈ, ਜਿਹੜਾ ਉਹਦਾ ਮਨ ਹੈ, ਉਹ ਨੱਠਿਆ ਭੱਜਾ ਫਿਰਦਾ ਰਹਿੰਦਾ ਹੈ। ਇਸ ਕਰਕੇ ਮਾਇਆ ਦੇ ਲਾਲਚ ਦੇ ਕਾਰਨ ਇਹ ਜਿਹੜੀ ਔਰਤ ਹੈ, ਇਹ ਆਪਣਾ ਸਰੀਰ ਪਰਾਏ ਮਰਦਾਂ ਨੂੰ ਵੇਚਦੀ ਹੈ। ਬਿਨ ਪਿਰ ਤ੍ਰਿਪਤ ਨਾ ਕਬਹੁ ਹੋਈ। ਪਰ ਪਰਮੇਸ਼ਰ ਤੋਂ ਬਗੈਰ, ਔਰ ਜਾਂ ਇਦਾਂ ਕਹਿ ਸਕਦੇ ਆਪਾਂ, ਪਰਮੇਸ਼ਰ ਪਤੀ ਤੋਂ ਬਗੈਰ ਇਹਨੂੰ ਕਦੇ ਵੀ ਤ੍ਰਿਪਤੀ ਪ੍ਰਾਪਤ ਨਹੀਂ ਹੁੰਦੀ। ਮੈਂ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਾਂ ਹੱਥ ਜੋੜ ਕੇ, ਉਸੇ ਤਰ੍ਹਾਂ ਗਿਆਨ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਨਿਰੰਕਾਰ ਨੇ ਗੁਰਬਾਣੀ ਦੇ ਵਿੱਚ ਸੱਚ ਹੀ ਆਖਿਆ, ਸੱਚ ਹੀ ਆਖਿਆ, ਕਿਸੇ ਚੀਜ਼ ਦਾ ਲੁਕੋ ਨਹੀਂ ਰੱਖਿਆ। ਅੱਜ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਪੁਰਾਤਨ ਸਮੇਂ ਦੇ ਵਿੱਚ ਵੀ ਹੋ ਰਹੀਆਂ ਸਨ। ਤੁਸੀਂ ਸ਼ਾਇਦ ਦੇਖਿਆ ਹੋਵੇਗਾ ਅਜੇ ਵੀ ਸਾਊਥ ਇੰਡੀਆ ਦੇ ਵਿੱਚ ਜਿਹੜੇ ਮੰਦਿਰ ਨੇ, ਮੰਦਿਰਾਂ ਦੇ ਵਿੱਚ ਜਿਹੜੇ ਪੁਜਾਰੀ ਨੇ, ਉਹਨਾਂ ਵਾਸਤੇ ਇਦਾਂ ਦੀਆਂ ਗੋਲੀਆਂ ਅੱਜ ਵੀ ਉਹਨਾਂ ਨੂੰ, ਉਹਨਾਂ ਦੇ ਘਰ ਬਣੇ ਹੋਏ ਨੇ, ਉਹਨਾਂ ਦੇ ਨਗਰ ਬਣੇ ਹੋਏ ਨੇ। ਜਿੱਥੇ ਪਹਿਲਾਂ ਦਾਦੀ ਸੀ, ਫਿਰ ਮਾਂ ਆਈ, ਹੁਣ ਧੀਆਂ ਵੀ ਇਹੀ ਕੰਮ ਕਰਦੀਆਂ ਨੇ। ਇਹਦੇ ਬਾਰੇ ਬੜਾ ਤਕੜੀ ਚਰਚਾ ਇਸ ਵੇਲੇ ਹੋ ਰਹੀ ਆ, ਪਰ ਇਹ ਸਭ ਕੁਝ ਹੋ ਰਿਹਾ ਸੀਗਾ ਤੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਸੱਚ ਦੇਖਿਆ, ਸੱਚ ਨੂੰ ਉਚਾਰਨ ਕੀਤਾ, ਉਹ ਸੱਚ ਦੀ ਬਾਣੀ ਦੇ ਵਿੱਚ ਸੱਚ ਰਾਹੀਂ ਗਿਆਨ ਦੇ ਰਹੇ ਹਨ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜੈ ਸੁਣ ਥਾਟਾ। ਬੜੇ ਨੇ ਇੱਥੇ ਸੰਸਾਰ ਦੇ ਉੱਤੇ ਜਿਹੜੇ ਬੜੀਆਂ ਪੋਥੀਆਂ ਪੜ੍ਹਦੇ ਨੇ, ਜਾਣੀ ਕਿ ਧਰਮ ਦੇ ਗ੍ਰੰਥ ਪੜ੍ਹਦੇ ਨੇ, ਬੜੇ ਪਾਠ ਕਰਦੇ ਨੇ ਉਹਦੇ ਨੇ, ਪਰ ਜਿਸ ਨੇ ਵੇਦ ਪੁਰਾਣ ਪੜ੍ਹੇ ਸੁਣ ਥਾਟਾ, ਕਹਿੰਦੇ ਉਹਨਾਂ ਨੇ ਬੜੇ ਵੇਦ ਪੁਰਾਣ ਵੀ ਜੀਵਾਂ ਨੇ ਪੜ੍ਹ ਰਹੇ ਨੇ, ਤੇ ਨਾਲ ਇੱਥੇ ਮਹਾਭਾਰਤ ਵਰਗਿਆਂ ਦੀ ਵੀ ਕਥਾ ਬੜੀ ਬੇਅੰਤ ਆਪਣੇ ਕਰ ਕਰਕੇ ਲੋਕਾਂ ਨੂੰ ਸੁਣਾ ਰਹੇ ਹਨ। ਬਿਨ ਰਸ ਰਾਤੇ ਮਨ ਬੋ ਨਾਟਾ। ਪ੍ਰਮਾਤਮਾ ਦਾ ਰਸ ਇਹਨਾਂ ਨੂੰ ਆਂਦਾ ਹੀ ਨਹੀਂ। ਇਹਨਾਂ ਦਾ ਮਨ ਜਿਹੜਾ ਮਾਇਆ ਦੇ ਵਿੱਚ ਚੰਚਲ ਹੋ ਕੇ ਟੱਪਦਾ ਹੀ ਰਹਿੰਦਾ ਹੈ। ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ, ਜਿਉ ਮੀਨਾ ਜਲ ਮਾਹੇ ਉਲਾਸਾ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੋ ਜੁਨਾਂ ਦਾ ਹੋਰ ਗਿਆਨ ਦੇ ਕੇ ਆਪਾਂ ਨੂੰ ਗਾਹਾਂ ਦੱਸਣਗੇ। ਕਹਿੰਦੇ ਜਿੱਦਾਂ ਇਹ ਚਾਤ੍ਰਿਕ ਪਪੀਹਾ ਹੈ, ਇਹਦੀ ਪ੍ਰੇਮ, ਇਹਦਾ ਇੱਕ ਅਟੁੱਟ ਪ੍ਰੇਮ ਹੈ ਵਰਸਾਤ ਦੇ ਨਾਲ, ਸਵੰਤੀ ਬੂੰਦ ਦੇ ਨਾਲ। ਇਹ ਹਰ ਵੇਲੇ ਜਿੰਨਾ ਚਿਰ ਉਹ ਬੂੰਦ ਇਹਨੂੰ ਪ੍ਰਾਪਤ ਨਹੀਂ ਹੁੰਦੀ, ਤੜਫਦਾ ਰਹਿੰਦਾ, ਪਰ ਹੋਰ ਕਿਸੇ ਚੀਜ਼ ਤੇ ਆਸ ਨਹੀਂ ਰੱਖਦਾ। ਭਾਵੇਂ ਇੱਥੇ ਬਥੇਰੇ ਟੋਭੇ ਭਰੇ ਹੋਏ ਨੇ, ਨਦੀਆਂ ਚੱਲ ਰਹੀਆਂ ਨੇ, ਸਮੁੰਦਰ ਵਗ ਰਹੇ ਨੇ, ਪਰ ਕਿਸੇ ਤੇ ਆਸ ਨਹੀਂ ਰੱਖਦਾ। ਇਹ ਨਿਰੰਕਾਰ ਤੇ ਆਸ ਰੱਖਦਾ ਵੀ ਇਹ ਅਕਾਲ ਪੁਰਖ ਮੇਰੀ ਪਿਆਸ ਤੂੰ ਹੀ ਪਿਲਾਏਂਗਾ। ਕਹਿੰਦੇ ਜਿਉਂ ਮੀਨ ਜਲ ਮਾਹੇ ਉਲਾਸਾ, ਜਿੱਦਾਂ ਕਹਿੰਦੇ ਮੱਛੀ ਜਲ ਦੇ ਵਿੱਚ ਰਹਿ ਕੇ ਹੀ ਬੜੀ ਖੁਸ਼ ਹੁੰਦੀ ਹੈ। ਉਲਾਸਾ ਦਾ ਮਤਲਬ ਹੁੰਦਾ ਪ੍ਰਸੰਨ ਰਹਿੰਦੀ ਹੈ, ਖੁਸ਼ ਰਹਿੰਦੀ ਹੈ। ਔਰ ਇਹ ਬੜੀ ਖੁਸ਼ ਰਹਿੰਦੀ ਹੈ ਜਦੋਂ ਇਹ ਪਾਣੀ ਤੋਂ ਬਾਹਰ ਆ ਜਾਂਦੀ ਹੈ, ਤੜਫ ਕੇ ਮਰ ਜਾਂਦੀ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ। ਨਿਰੰਕਾਰ ਕਹਿੰਦੇ ਨੇ ਇਹ ਸੰਸਾਰ ਦੇ ਜੀਵ ਤੂੰ ਵੀ ਨਾਮ ਦੇ ਰਸ, ਹਰੀ ਪ੍ਰੀਤਮ ਦੇ ਨਾਮ ਨੂੰ ਜਪ ਕੇ ਉਹ ਅੰਮ੍ਰਿਤ ਛਕ ਕੇ ਤ੍ਰਿਪਤ ਹੋ ਜਾ। ਤੇਰੀਆਂ ਸਾਰੀਆਂ ਪਿਆਸਾਂ ਉਹ ਜਿਹੜਾ ਤੇਰੇ ਅੰਦਰੋਂ ਨਾਮ ਦਾ ਅੰਮ੍ਰਿਤ ਨਿਰੰਕਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ, ਉਸ ਦੇ ਨਾਲ ਤੈਨੂੰ ਸਾਰੀ ਤੇਰੀ ਤ੍ਰਿਪਤੀ ਹੋ ਜਾਵੇਗੀ। ਗੌੜੀ ਮਹੱਲਾ ਪਹਿਲਾ, ਹਠ ਕਰ ਮਰੇ ਨ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਪਖੰਡੀ ਨੇ ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਹਟ ਕਰ ਮਰੈ ਨਾ ਲੇਖੇ ਪਾਵੇ। ਜੋ ਪੁਰਸ਼ ਜਿਹੜੇ ਜੀਵ ਸੰਸਾਰ ਦੇ ਉੱਤੇ ਹਟ ਕਰਦੇ ਨੇ, ਹਟ ਦਾ ਮਤਲਬ ਹੁੰਦਾ ਕਿ ਤਪੀ ਬਣ ਜਾਣਾ। ਗਰਮੀ ਆਉਣੀ, 5 ਧੂਣੀਆਂ ਤਪਾ ਕੇ ਵਿਚਾਲੇ ਬਹਿ ਜਾਣਾ, ਹਟ ਕਰਦਾ ਵੀ ਮੇਰੇ ਤੋਂ ਬਗੈਰ ਵੱਡਾ ਤਪੀ ਕੋਈ ਨਹੀਂ। ਸਿਆਲ ਆਉਣਾ, ਠੰਡੇ ਪਾਣੀ ਦੇ ਵਿੱਚ ਇਹਨਾਂ ਨੇ ਖੜ ਜਾਣਾ, ਠੰਡੇ ਤੋਂ ਠੰਡੇ ਪਾਣੀ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਇਹ ਅਨੁਭਵ ਲੋਕਾਂ ਨੂੰ ਕਰਾਉਣਾ ਕਿ ਮੇਰੇ ਵਰਗਾ ਜਪੀ ਤਪੀ ਕੋਈ ਨਹੀਂ। ਕਿਤੇ ਕੀ ਕਰਦੇ ਨੇ, ਦਰਖਤਾਂ ਦੇ ਉੱਤੇ ਚੜ ਕੇ ਪੈਰ ਆਪਣੇ ਨਾਲ ਟਾੜੇ ਨਾਲ ਮਣ ਲੈਣੇ, ਥੱਲੇ ਧੂਣੀ ਤਪਾ ਲੈਣੀ ਤੇ ਸਿਰ ਨੀਵਾਂ ਕਰਕੇ ਵੀ ਜਪ ਕਰਦੇ ਨੇ। ਸਤਿਗੁਰ ਕਹਿੰਦੇ ਨੇ ਇਹ ਕਿਤੇ ਵੀ ਲੇਖੇ ਦੇ ਵਿੱਚ ਇਹਨਾਂ ਦਾ ਇਹਦਾ ਕੋਈ ਫਾਇਦਾ ਨਹੀਂ। ਵੇਸ ਕਰੇ ਉਹ ਭਸਮ ਲਗਾਵੇ। ਕਹਿੰਦੇ ਕਈ ਐਸੇ ਨੇ
ਜਿਹੜੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਸਵਾਹ ਮਲ ਲੈਂਦੇ ਸਰੀਰ ਤੇ, ਜੋਗੀਆਂ ਨੂੰ ਆਖਿਆ ਹੈ। ਕਹਿੰਦੇ ਵੀ ਉੱਤੇ ਸਰੀਰ ਦੇ ਉੱਤੇ ਸਵਾਹ ਲਗਾ ਕੇ ਤੁਰੇ ਫਿਰਦੇ ਹਨ। ਨਾਮ ਵਿਸਾਰ ਬਹੁਰ ਪਛਤਾਵੈ। ਇਹ ਦੋਨੋਂ ਜਿਹੜੇ ਨੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਵਿਸਾਰ ਕੇ, ਹਰੀ ਪ੍ਰੀਤਮ ਦਾ ਨਾਮ ਵਿਸਾਰ ਕੇ ਬੜੇ ਪਛਤਾਉਂਦੇ ਹਨ। ਇਹਨਾਂ ਨੂੰ ਬੜਾ ਪਛਤਾਤਾਪ ਲੱਗਦਾ ਹੈ, ਬਹੁਤ ਪਛਤਾਉਂਦੇ ਹਨ। ਤੂੰ ਮਨ ਹਰ ਜੀਓ ਤੂੰ ਮਨ ਸੁਖ, ਨਾਮ ਵਿਸਾਰ ਸਹਿ ਜਮ ਦੁਖ। ਇਹ ਮੇਰੇ ਮਨ, ਤੂੰ ਪ੍ਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦੇ। ਸਤਿਗੁਰ ਕਹਿੰਦੇ ਨੇ ਤੂੰ ਮਨ ਹਰ ਜਿਉ ਤੂੰ ਮਨ ਸੁਖ। ਇਹ ਮੇਰੇ ਮਨਾ, ਤੂੰ ਪ੍ਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦੇ ਜੇ ਤੂੰ ਸੁਖ ਪਾਉਣਾ ਚਾਹੁੰਦਾ ਹਾਂ, ਜੇ ਤੂੰ ਆਪਣੀ ਭਟਕਣਾ ਖਤਮ ਕਰਨੀ ਚਾਹੁੰਦਾ। ਪਰ ਜੇ ਤੂੰ ਨਾ ਕੀਤਾ, ਨਾਮ ਵਿਸਾਰ ਸਹਿ ਜਮ ਦੁਖ, ਜੇ ਤੂੰ ਇਹ ਨਾਮ ਦੇ ਨਾਲ ਨਾ ਜੁੜਿਆ ਤਾਂ ਤੈਨੂੰ ਅੰਤ ਦੇ ਉੱਤੇ ਜਮਾਂ ਦੇ ਬਸ ਪਾ ਦਿੱਤਾ ਜਾਵੇਗਾ, ਜਿੱਥੇ ਤੂੰ ਬੇਅੰਤ ਦੁੱਖ ਪਾਵੇਂਗਾ। ਰਹਾਉ ਚੁਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ। ਚੰਦਨ ਵਰਗੀਆਂ ਸੁਗੰਧਾਂ ਨੂੰ, ਕਪੂਰ ਵਰਗੀਆਂ ਵਸਤੂਆਂ ਨੂੰ ਆਪਣੇ ਸਰੀਰ ਦੇ ਉੱਤੇ ਤੂੰ ਮਲਦਾ ਹੈ ਤੇ ਮਾਇਆ ਦੇ ਵਿੱਚ ਮਸਤ ਰਹਿ ਕੇ ਉਸ ਪਰਮ ਪਦ ਇੱਥੇ ਆਖਿਆ ਹੈ ਪ੍ਰਮਾਤਮਾ ਨੂੰ, ਉਹਦੇ ਕੋਲ ਦੂਰ ਰਹਿੰਦਾ ਹੈ। ਨਾਮ ਵਿਸਾਰੀਐ ਸਭ ਕੂੜੋ ਕੂਰ। ਕਿਉਂਕਿ ਤੇਰੇ ਕੋਲੋਂ ਨਾਮ ਵਿਸਰ ਗਿਆ ਹੈ, ਤੂੰ ਨਾਮ ਨੂੰ ਯਾਦ ਨਹੀਂ ਕਰਦਾ, ਤੂੰ ਪ੍ਰਮਾਤਮਾ ਦੀ ਹੋਂਦ ਨੂੰ ਪਹਿਚਾਣਦਾ ਨਹੀਂ। ਇਹ ਸਭ ਝੂਠਾ ਹੈ, ਕੂੜ ਹੈ। ਨੇਜੇ ਵਾਜੇ ਤਖਤ ਸਲਾਮ, ਅਦ ਕੀ ਤ੍ਰਿਸ਼ਨਾ ਵਿਆਪੈ ਕਾਮ। ਤੂੰ ਇੱਕ ਰਾਜਾ ਹੋਵੇਂ ਮੁਲਕ ਦਾ, ਤੇਰੇ ਕੋਲ ਬਹੁਤ ਤੇਰੇ ਕੋਲ ਵੱਡੇ ਮਕਾਨ ਹੋਣ, ਤਖਤ ਹੋਣ, ਕਿਲੇ ਹੋਣ, ਨੇਜੇ, ਤੇਰੇ ਕੋਲ ਸੈਨਾ ਵੀ ਬੇਅੰਤ ਹੋਵੇ ਔਰ ਤੇਰੇ ਝੰਡੇ ਝੂਲਦੇ ਹੋਣ, ਤੇਰੇ ਮੋਹੇ ਦੇ ਅੱਗੇ ਬਾਜੇ ਵੱਜਦੇ ਹੋਣ। ਅਧਿਕੀ ਤ੍ਰਿਸ਼ਨਾ ਵਿਆਪੇ ਕਾਮ, ਔਰ ਲੋਕ ਤੈਨੂੰ ਬੇਅੰਤ ਸਲਾਮਾਂ ਵੀ ਕਰਦੇ ਹੋਣ ਔਰ ਤੂੰ ਕਾਮ ਵਾਸ਼ਨਾ ਦੇ ਵਿੱਚ ਵੀ ਅੰਨਾ ਹੋਇਆ ਫਿਰਦਾ ਹੋਵੇਂ। ਬਿਨ ਹਰ ਜਾਚੇ ਭਗਤ ਨਾ ਨਾਮ। ਪ੍ਰੀਤਮ ਸਤਿਗੁਰ ਦੀ ਭਗਤੀ ਤੋਂ ਬਗੈਰ ਤੈਨੂੰ ਸੁੱਖ ਨਹੀਂ ਮਿਲਣਾ, ਔਰ ਨਾ ਹੀ ਤੂੰ ਜੋ ਮਰਜੀ ਇੱਥੇ ਠੀਕ ਹੈ ਹੁਕਮ ਚਲਾ ਲੇਗਾ। ਬਿਨ ਹਰ ਜਾਚੇ ਭਗਤ ਨਾ ਨਾਮ, ਜਿੰਨਾ ਚਿਕਰ ਤੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਣ ਕੇ ਮੰਗਤਾ ਨਹੀਂ ਬਣਦਾ, ਭਾਵੇਂ ਤੂੰ ਜਿੱਡਾ ਮਰਜੀ ਰਾਜਾ ਹੋਵੇਂ, ਉਹਨਾਂ ਚਿਕਰ ਤੈਨੂੰ ਨਾਮ ਦੀ ਦਾਤ ਨਹੀਂ ਬਖਸ਼ਿਸ਼ ਹੋਣੀ ਤੇ ਤੂੰ ਕਦੀ ਵੀ ਸੰਸਾਰ ਤੋਂ ਤਰਨਾ ਨਹੀਂ ਕਰ ਸਕੇਗਾ ਔਰ ਤੂੰ ਜਮਾਂ ਦੇ ਬਸ ਪਵੇਂਗਾ ਜਦੋਂ ਤੂੰ ਪਰਲੋਕ ਸੁਧਾਰੇਗਾ। ਵਾਦ ਹੰਕਾਰ ਨਾਹੀ ਪ੍ਰਭ ਮੇਲਾ, ਮਨ ਦੇ ਭਾਵੈ ਨਾਮ ਸੁਹੇਲਾ। ਐਵੇਂ ਜਿਹੜੇ ਤੂੰ ਆਪਣੇ ਹੰਕਾਰ ਦੇ ਕਾਰਨ ਕਰਕੇ ਝਗੜੇ ਪਾਈ ਫਿਰਨ ਡਿਆ ਆ, ਲੋਕਾਂ ਦੇ ਨਾਲ ਲੜੀ ਜਾਣ ਡਿਆ ਆ, ਕ੍ਰੋਧ ਦੇ ਵਿੱਚ ਸੜੀ ਜਾਣ ਡਿਆ, ਤੇਰੇ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੋਣਾ। ਮਨ ਦੇ ਭਾਵੇ ਨਾਮ ਸੁਹੇਲਾ, ਜਿੰਨਾ ਚਿਕਰ ਤੂੰ ਆਪਣੇ ਮਨ ਵਿੱਚ ਸਤਿਗੁਰ ਕੇ ਪਾਸ, ਜਿੰਨਾ ਚਿਕਰ ਤੂੰ ਇਹ ਮਨ ਨੂੰ ਉਹ ਅਕਾਲ ਪੁਰਖ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਿਆ ਕੇ ਨਾ ਟਿਕਾ ਦਿੱਤਾ। ਹੁਣ ਇਹ ਮਨ ਤਾਂ ਭਾਈ ਗੁਰੂ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਨਹੀਂ ਟਿਕਦਾ, ਕਿਉਂਕਿ ਇਹਦੀ ਭਟਕਣਾ ਹੀ ਐਸੀ ਹੁੰਦੀ। ਮਨ ਇੱਕ ਖਿਆਲਾਂ ਦੀ ਗੁਥਲੀ ਹੈ। ਜਿਸ ਵੇਲੇ ਤੁਸੀਂ ਨਾਮ ਨੂੰ ਪਕੜ ਲਿਆ, ਜਦੋਂ ਤੁਹਾਡੇ ਅੰਦਰ ਸ਼ਬਦ ਪ੍ਰਗਟ ਹੋ ਗਿਆ, ਲੱਖਾਂ ਕਰੋੜਾਂ ਚੋਂ ਤੁਸੀਂ ਇੱਕ ਉਹ ਬਣ ਗਏ, ਤਾਂ ਇਹ ਮਨ ਦੀ ਭਟਕਣਾ ਖਤਮ ਹੋ ਜਾਂਦੀ ਆ, ਮਨ ਦੀਆਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ, ਇਹ ਤ੍ਰਿਪਤ ਹੋ ਜਾਂਦਾ। ਫਿਰ ਉਸ ਵੇਲੇ ਸਾਨੂੰ ਅਨੁਭਵ ਹੋ ਜਾਂਦਾ ਜਿਹੜਾ ਮੇਰਾ ਮਨ ਹੈ ਇਹ ਸਤਿਗੁਰ ਦੇ ਚਰਨਾਂ ਦੇ ਵਿੱਚ ਆਣ ਕੇ ਟਿਕ ਗਿਆ ਹੈ। ਮਨ ਦੇ ਭਾਵੇ ਨਾਮ ਸੁਹੇਲਾ, ਕਹਿੰਦੇ ਜਿਸ ਵੇਲੇ ਇਹ ਮਨ ਜਿਹਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ, ਉਹ ਟਿਕਾ ਦੇ ਵਿੱਚ ਆ ਜਾਂਦਾ ਹੈ। ਸਾਰੀਆਂ ਦਾਤਾਂ ਨਿਰੰਕਾਰ ਦੇ ਕੋਲੋਂ ਪਾ ਕੇ, ਤੇ ਸੁਖੀ ਵੀ ਇੱਕ ਦਾਤ ਐਸੀ ਹੈ ਜਿਹੜੀ ਆਨੰਦਮਈ, ਉਹ ਵੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਭਟਕਣਾ ਤੋਂ ਹਟਾ ਕੇ ਟਿਕਾ ਕੇ ਬਖਸ਼ਿਸ਼ ਕਰ ਦਿੰਦੇ ਹਨ। ਦੂਜੇ ਪਾਏ ਅਗਿਆਨ ਦੁਹੇਲਾ, ਪਰ ਜੇ ਤੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਦੂਸਰੇ ਪਾਏ ਜਿਹੜੇ ਕਿ ਹੋਰ ਤਰ੍ਹਾਂ ਦੇ ਵਿਕਾਰੀ ਤੱਤ ਨੇ, ਜਾਂ ਜਿਹੜੀਆਂ ਚੀਜ਼ਾਂ ਤੈਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਤੂੰ ਹਮੇਸ਼ਾ ਅਗਿਆਨ ਦੇ ਹਨੇਰੇ ਦੇ ਵਿੱਚ ਦੁਖੀ ਹੀ ਰਹੇਗਾ। ਬਿਨ ਦਮ ਕੇ ਸੌਂਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਇਸ ਤਰ੍ਹਾਂ ਫਿਰ ਤੇਰਾ ਹਾਲ ਹੈ ਮਨਮੁਖਾ, ਜਿੱਦਾਂ ਕਿ ਕੋਈ ਹੱਟੀ ਦੇ ਉੱਤੇ ਜਾਵੇ ਸੌਦਾ ਖਰੀਦਣ ਵਾਸਤੇ, ਪਰ ਹੱਥ ਦੇ ਵਿੱਚ ਦਮੜਾ ਕੋਈ ਨਹੀਂ।
ਸਾਗਰ ਨੂੰ ਪਾਰ ਕਰਨਾ ਚਾਹੁੰਦਾ ਹੈ, ਦਰਿਆ ਨੂੰ ਪਾਰ ਕਰਨਾ ਚਾਹੁੰਦਾ ਹੈ, ਪਰ ਦਰਿਆ ਦੇ ਵਿੱਚ ਜਹਾਜ਼ ਕੋਈ ਨਹੀਂ, ਜਹਾਜ਼ ਦੇ ਉੱਤੇ ਚੜ ਨਹੀਂ ਸਕਦਾ ਕਿਉਂਕਿ ਪੱਲੇ ਕੱਖ ਨਹੀਂ। ਬਿਨ ਗੁਰ ਸੇਵੈ ਕਾਟੇ ਘਾਟ। ਨਿਰੰਕਾਰ ਦੀ ਸੇਵਾ ਕਰਨ ਤੋਂ ਬਗੈਰ ਹਰ ਚੀਜ਼ ਘਾਟੇ ਦੇ ਵਿੱਚ ਹੀ ਹੈ। ਹਾਂ, ਘਾਟੇ ਦੇ ਵਿੱਚ ਹੀ ਹੈ। ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੈ, ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੈ। ਇਹ ਗੁਰਮੁਖਾ, ਉਹ ਸੰਸਾਰ ਦੇ ਜੀਵੀ, ਉਹ ਇਦੂ ਸੰਸਾਰ ਦੇ ਉੱਤੇ ਮਨੁੱਖਾ ਦੇ ਧਾਰ ਕਰਕੇ ਆਏ ਹੋਏ ਜੀਵ, ਉਸ ਨੂੰ ਤੂੰ ਜਾ ਕੇ ਨਮਸਕਾਰ ਕਰ, ਉਸ ਦੇ ਚਰਨਾਂ ਦੇ ਉੱਤੇ ਡਿੱਗ ਪਾ, ਜਿਹੜਾ ਤੈਨੂੰ ਸਤਿਗੁਰ ਦੇ ਦਰ ਦਾ ਮਾਰਗ ਦਿਖਾ ਦੇਵੇ, ਰਸਤਾ ਦਿਖਾ ਦੇਵੇ, ਤੇ ਉਹਦੇ ਉੱਤੋਂ ਬਲਿਆਰੇ ਬਲਿਆਰੇ ਜਾ, ਜਿਹੜਾ ਤੈਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਨਾਲ ਜੋੜ ਦੇਵੇ, ਸ਼ਬਦ ਤੈਨੂੰ ਸੁਣਾ ਦੇਵੇ। ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੈ। ਉਸ ਦੇ ਉੱਤੋਂ ਕੁਰਬਾਨ ਕੁਰਬਾਨ ਜਾ, ਕਿਹਦੇ ਕੋਲੋਂ? ਜਿਹੜਾ ਤੈਨੂੰ ਉਹ ਨਿਰੰਕਾਰ ਦੇ ਸ਼ਬਦ ਦੇ ਨਾਲ ਮਿਲਾ ਦੇਵੇ। ਵਾਹੋ ਵਾਹੋ ਤਿਸ ਕੋ ਜਿਸ ਕਾ ਇਹ ਜੀਓ, ਗੁਰ ਸਬਦੀ ਮਥ ਅੰਮ੍ਰਿਤ ਪੀਓ। ਨਿਰੰਕਾਰ ਜੀ ਕਹਿੰਦੇ ਨੇ ਉਹਨਾਂ ਨੂੰ ਧੰਨ ਧੰਨ ਆਖੋ ਭਾਈ, ਜਿਨ੍ਹਾਂ ਦਾ ਮਨ ਇਸ ਤਰ੍ਹਾਂ ਦਾ, ਜਿਨ੍ਹਾਂ ਦੀ ਆਤਮਾ ਇਸ ਤਰ੍ਹਾਂ ਦੀ ਬਣ ਗਈ, ਜਿਨ੍ਹਾਂ ਦਾ ਜੀ ਇਸ ਤਰ੍ਹਾਂ ਦਾ ਬਣ ਗਿਆ। ਗੁਰ ਸ਼ਬਦੀ ਮਥ ਅੰਮ੍ਰਿਤ ਪੀਓ, ਗੁਰੂ ਦੇ ਸ਼ਬਦ ਨੂੰ ਰਿੜਕ, ਮਥ ਦਾ ਮਤਲਬ ਹੁੰਦਾ ਰਿੜਕਣਾ, ਰਿੜਕ ਕੇ ਜਿਹੜੇ ਅੰਮ੍ਰਿਤ ਨਾਮ ਦਾ ਅੰਮ੍ਰਿਤ ਛਕ ਰਹੇ ਨੇ, ਕਹਿੰਦੇ ਉਹਨਾਂ ਨੂੰ ਵਾਹੋ ਵਾਹੋ ਕਹੋ, ਉਹਨਾਂ ਦੀ ਵਡਿਆਈ ਕਰੋ, ਉਹਨਾਂ ਨੂੰ ਧੰਨ ਧੰਨ ਆਖੋ। ਨਾਮ ਵਡਾਈ ਤੁਧ ਪਾਣੈ ਦਿਓ। ਬਸ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਖੇਲ ਲਿਆ ਕੇ ਖਾਨੀ ਸਾਰੇ ਜੀਵਨ ਨੂੰ ਦੱਸ ਦਿੰਦੇ ਨੇ ਕਿ ਇਹ ਨਾਮ ਦੀ ਵਡਿਆਈ ਔਰ ਇਹ ਅੰਮ੍ਰਿਤ ਦੀ ਬਖਸ਼ਿਸ਼ ਉਦੋਂ ਹੋਣੀ ਜਦੋਂ ਉਹ ਵਾਹਿਗੁਰੂ ਤੈਨੂੰ ਦਵੇਗਾ, ਉਹ ਨਿਰੰਕਾਰ ਤੈਨੂੰ ਦਵੇਗਾ। ਨਾਮ ਬਿਨ ਕਿਉ ਜੀਵਾ ਮਾਏ, ਅੰਦਿਨ ਜਪਤ ਰਹੂੰ ਤੇਰੀ ਸਰਣਾਏ। ਹੇ ਮਾਇਆ ਦੇ ਪਤੀ ਪਰਮਾਤਮਾ ਨਿਰੰਕਾਰ ਜੀ, ਨਾਮ ਤੋਂ ਬਗੈਰ ਮੈਂ ਕਿੱਦਾਂ ਇਸ ਸੰਸਾਰ ਦੇ ਉੱਤੇ ਜਿਉਣਾ ਕਰਾਂ, ਕਿੱਦਾਂ ਮੈਂ ਕਰਾਂ? ਤੜਫ ਪੈਦਾ ਹੋ ਗਈ ਨਾ ਅੰਦਰ। ਆਨੰਦ ਨੇ ਜਪਤ ਰਹੂੰ ਤੇਰੀ ਸਰਣਾਏ। ਦਿਨ ਰਾਤ ਮੈਂ ਨਿਰੰਕਾਰ ਤੇਰੇ ਸ਼ਬਦ ਦੇ ਨਾਲ ਜੁੜ ਕੇ, ਤੇਰੀ ਸ਼ਰਨ ਦੇ ਵਿੱਚ ਰਹਿ ਕੇ ਤੇਰੇ ਨਾਮ ਦਾ ਅੰਮ੍ਰਿਤ ਛਕਾਂ, ਪਰ ਤੇਰੇ ਨਾਮ ਤੋਂ ਬਗੈਰ ਮੈਂ ਕਿੱਦਾਂ ਸੰਸਾਰ ਦੇ ਉੱਤੇ ਰਹਿ ਰਿਹਾ, ਮੈਨੂੰ ਕੋਈ ਪਤਾ ਨਹੀਂ। ਮਨਮੁਖਾਂ ਵਾਲਾ ਜੀਵਨ ਜਿਹੜਾ ਸਾਡਾ ਭਾਈ, ਇਹ ਘਾਟੇ ਦਾ ਜੀਵਨ ਹੈ। ਗੁਰਮੁਖਾਂ ਦਾ ਜੀਵਨ ਜਿਹੜਾ ਹੈ ਇਹ ਲਾਹੇਵੰਦ ਜੀਵਨ ਹੈ ਸਾਡਾ। ਤਾਂ ਫਿਰ ਆਣ ਕੇ ਇਹ ਤੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਜੀਵ ਕਹਿੰਦਾ ਆਣ ਕੇ, ਮਹਾਰਾਜ ਤੇਰੇ ਨਾਮ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ, ਮੇਰੇ ਤੇ ਕਿਰਪਾ ਕਰੋ। ਨਾਨਕ ਨਾਮ ਰਤੇ ਪਦ ਪਾਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਨਾਮ ਦੇ ਵਿੱਚ ਰੱਤੇ ਨੇ, ਰੰਗੇ ਹੋਏ ਨੇ, ਉਹਨਾਂ ਨੂੰ ਸੰਸਾਰ ਦੇ ਉੱਤੇ ਇੱਜ਼ਤ ਪ੍ਰਾਪਤ, ਬਖਸ਼ਿਸ਼, ਇੱਜ਼ਤ ਮਿਲਦੀ, ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਗੌੜੀ ਮਹੱਲਾ ਪਹਿਲਾ। ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਅਨੇਕਾਂ ਭੇਖਾਂ ਦੇ ਵਿੱਚ ਦੁਨੀਆ ਤੁਰੀ ਫਿਰਦੀ ਆ, ਦਿਖਾਵਾ ਕਰ ਰਹੇ ਲੋਕਾਂ ਨੂੰ ਵੀ ਅਸੀਂ ਬੜੇ ਤਗੜੇ ਤਗੜੇ ਧਰਮੀ ਹਾਂ ਭਾਈ, ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰੋਂ ਹਉਮੈ, ਹੰਗਤਾ, ਮਮਤਾ, ਮਾਇਆ ਅਜੇ ਤੱਕ ਨਹੀਂ ਦੂਰ ਹੋਈ। ਇਸ ਕਾਰਨ ਕਰਕੇ ਜਿਹੜਾ ਹੈ ਇਹ ਭੇਖ ਧਾਰੀਆਂ ਨੂੰ ਪਰਮੇਸ਼ਰ ਨੂੰ ਉਹਨਾਂ ਨੇ ਨਹੀਂ ਜਾਣਿਆ। ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਕੋਈ ਵਿਰਲਾ ਸੰਸਾਰ ਤੇ ਗੁਰੂ ਤੋਂ ਗਿਆਨ ਲੈ ਕੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਪਿਆਰਾ ਬਣ ਗਿਆ। ਉਸ ਨੇ ਮਨ ਨੂੰ ਪਰਮੇਸ਼ਰ ਨੂੰ ਮੰਨ ਲਿਆ ਤੇ ਉਸ ਨਾਮ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ। ਹਉ ਹਉ ਕਰਤ ਨਹੀਂ ਸੁਖ ਪਾਈਐ, ਮੈਂ ਕਰੀ ਜਾਵੇ, ਆ ਵੀ ਮੇਰਾ, ਆ ਵੀ ਮੇਰਾ, ਇਹਨੂੰ ਵੀ ਮੈਂ ਲੈ ਲਵਾਂ, ਇਹਨੂੰ ਵੀ ਖੋਲ ਲਵਾਂ, ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਕਹਿੰਦੇ ਕਦੀ ਵੀ ਉਹ ਸੱਚੇ ਪ੍ਰਭੂ ਦਾ ਗਿਆਨ ਨਹੀਂ ਹਾਸਿਲ ਹੋ ਸਕਦਾ। ਨਾਲ ਹੀ ਮਾਰਕ ਸੱਚੇ ਪਾਤਸ਼ਾਹ ਜੀ ਜਵਾਬ ਦੇਈ ਜਾਂਦੇ ਨੇ, ਸਵਾਲ ਕਰੀ ਜਾਂਦੇ ਨੇ, ਜਵਾਬ ਕਰੀ ਜਾਂਦੇ ਨੇ, ਕਹਿੰਦੇ ਹਉਮੈ ਜਾਏ ਪਰਮ ਉਪਾਈਐ। ਜੇ ਕਿਤੇ ਤੂੰ ਇਹ ਹੰਗਤਾ ਮਮਤਾ ਖਤਮ ਕਰ ਦੇਵੇਂ ਨਾ ਤੂੰ, ਤਾਂ ਤੂੰ ਆਤਮਕ ਪਦ ਤੇਰਾ ਉੱਚੀ ਸੋਚ, ਉੱਚੀ ਵਡਿਆਈ ਔਰ ਇਹ ਜੀਵਨ ਦੇ ਵਿੱਚ ਮੋਕਸ਼ ਨੂੰ ਪ੍ਰਾਪਤ ਕਰ ਲਵੇਂਗਾ। ਰਹਾਉ ਹਉਮੈ ਕਰ ਰਾਜੇ ਵੋਤਾਵੈ, ਹਉਮੈ ਖਪੈ ਜਨਮ ਮਰ ਆਵੈ। ਹਉਮੈ ਦੇ ਵਿੱਚ ਜਿਹੜੇ ਰਾਜੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਰਾਜੇ ਕਹਿੰਦੇ ਨੇ, ਇਹ ਵੀ ਬਹੁਤ ਦੌੜੇ ਭੱਜੇ ਫਿਰਦੇ ਰਹਿੰਦੇ ਨੇ।
ਇੱਕ ਤਾਂ ਇਹਨਾਂ ਨੂੰ ਬਹੁਤ ਵੱਡੀ ਚਿੰਤਾ ਲੱਗੀ ਰਹਿੰਦੀ ਹੁੰਦੀ ਕਿ ਮੇਰੇ ਉੱਤੇ ਕੋਈ ਆਣ ਕੇ ਹਮਲਾ ਨਾ ਕਰ ਦੇਵੇ, ਮੇਰੇ ਰਾਜ ਦਾ ਨੁਕਸਾਨ ਨਾ ਕਰ ਦੇਵੇ। ਇਸ ਕਰਕੇ ਹਰ ਵੇਲੇ ਕੋਸ਼ਿਸ਼ ਕਰਦੇ ਵੀ ਦੂਸਰੇ ਦੇ ਉੱਤੇ ਅਸੀਂ ਹਾਵੀ ਹੋ ਜਾਈਏ। ਜਿੱਥੇ ਹਉਮੈ ਆ ਗਈ ਬਾਕੀ ਦੇ ਉੱਥੇ ਰੋਗ ਦੂਰ ਨਹੀਂ ਹੁੰਦੇ ਹੈਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਤੋਂ ਕਦੀ ਵੀ ਦੂਰ ਨਹੀਂ ਹੋਏਗਾ ਜਿੱਥੇ ਹਉਮੈ ਆ ਗਈ। ਹਉਮੈ ਮਮਤਾ ਦਾ ਹਉਮੈ ਮਾਇਆ ਦਾ ਸਭ ਤੋਂ ਵੱਡਾ ਰੂਪ ਹੈ। ਹਉਮੈ ਇਹ ਸਾਰੇ ਵਿਕਾਰਾਂ ਦੀ ਮਾਂ ਹੈ। ਹਉਮੈ ਸਾਰੇ ਵਿਕਾਰਾਂ ਦਾ ਜੜ ਹੈ। ਤੇ ਇਹ ਕਹਿੰਦੇ ਨੇ ਵੀ ਜਿਹੜੇ ਰਾਜੇ ਵੀ ਹੁੰਦੇ ਨਾ ਉਹ ਵੀ ਧਾਵੇ ਬੜੇ ਭੱਜੇ ਫਿਰਦੇ ਰਹਿੰਦੇ ਨੇ ਹਰ ਵੇਲੇ। ਹਉਮੈ ਖਪੈ ਜਨਮ ਮਰ ਆਵੇ। ਤੇ ਹਉਮੈ ਦੇ ਵਿੱਚ ਹੀ ਫਸ ਕੇ, ਇਹ ਚਿੰਤਾ ਦੇ ਵਿੱਚ ਫਸ ਕੇ, ਕ੍ਰੋਧ ਦੇ ਵਿੱਚ ਫਸ ਕੇ ਇਹਨਾਂ ਦਾ ਜੀਵਨ ਖਤਮ ਹੋ ਜਾਂਦਾ। ਇਹ ਜਮਾਂ ਦੇ ਬਸ ਪੈਂਦੇ ਨੇ, ਜਨਮ ਮਰਨ ਦੇ ਚੱਕਰ ਦੇ ਵਿੱਚ ਮੁੜ ਕੇ ਆ ਜਾਂਦੇ ਹਨ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਹਉਮੈ ਖਤਮ ਕਰਨ ਦਾ ਭਾਈ ਇੱਕੋ ਹੀ ਵਸੀਲਾ ਹੈ, ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰ। ਗੁਰੂ ਦੇ ਸ਼ਬਦ ਦਾ ਜਿਹੜਾ ਹੈ ਉਸ ਨੂੰ ਪ੍ਰਗਟ ਕਰਕੇ ਉਹ ਸ਼ਬਦ ਦੀ ਵਿੱਚ ਏਡੀ ਤਾਕਤ ਹੈ, ਏਡਾ ਬਲ ਹੈ। ਜਦੋਂ ਤੋਂ ਉਹਦੀ ਵਿਚਾਰ ਕਰਨ ਲੱਗ ਪਿਆ, ਉਸ ਦਾ ਜਾਪ ਕਰਨ ਲੱਗ ਪਿਆ ਭਾਈ, ਉਹਦੇ ਸ਼ਬਦ ਦੇ ਰਾਹੀਂ ਗਿਆਨ ਲੈਣ ਲੱਗ ਪਿਆ ਨਿਰੰਕਾਰ ਦਾ, ਇਹ ਹਉਮੈ ਨੂੰ ਇੱਕਦਮ ਦੂਰ ਕਰ ਦੇਣਗੇ। ਕਹਿੰਦੇ ਜਿਹੜੀ ਤੇਰੀ ਚੰਚਲ ਮੱਤ ਹੈ ਇਸ ਨੂੰ ਵੀ ਇਹ ਨਾਮ ਹੀ ਇੱਕ ਟਿਕਾ ਦੇ ਵਿੱਚ ਲੈ ਕੇ ਆਵੇਗਾ। ਚੰਚਲ ਮੱਤ ਨੂੰ ਜੇ ਦੇਖਣਾ ਨਾ ਤੁਸੀਂ ਤਾਂ ਮੈਂ ਅੱਗੇ ਵੀ ਬੇਨਤੀ ਇਹ ਕੀਤੀ ਸੀ, ਹੁਣ ਫੇਰ ਤੁਹਾਨੂੰ ਉਹਦੀ ਯਾਦ ਕਰਵਾ ਦੇਵਾਂ ਵੀ ਇਹ ਜਿਹੜਾ ਮਨ ਨੇ ਭਟਕਣਾ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਹਰ ਵੇਲੇ। ਤਾਂ ਬਹੁਤੇ ਲੋਕ ਕੀ ਕਹਿੰਦੇ ਨੇ, ਬੰਦਗੀ ਤਾਂ ਕਰਦੇ ਆ ਪਰ ਮਨ ਨਹੀਂ ਟਿਕਾ ਦੇ ਵਿੱਚ ਹੀ ਆਉਂਦਾ। ਪਰ ਭਾਈ ਇਹਦੇ ਵਿੱਚ ਇੱਕ ਕਾਰਨ ਇਹ ਹੈ ਕਿ ਤੁਸੀਂ ਕਿੰਨੇ ਕੁ ਜਨਮਾਂ ਦੀ ਮੈਲ ਲੈ ਕੇ ਮਨ ਦੇ ਉੱਤੇ ਤੁਰੇ ਫਿਰਦੇ ਹੋ, ਕਿੰਨੇ ਕੁ ਵਿਕਾਰ ਤੁਹਾਡੇ ਅੰਦਰ ਤੱਤ ਜਿਹੜੇ ਨੇ ਇਕੱਠੇ ਹੋਏ ਨੇ, ਕਿੰਨਾ ਕੁ ਭਾਰ ਤੁਸੀਂ ਪੰਡਾਏ ਪਾਪਾਂ ਦੀਆਂ ਚੱਕ ਕੇ ਤੁਰੇ ਫਿਰਦੇ ਹੋ, ਸੰਸਾਰ ਦੇ ਉੱਤੇ ਆਏ ਹੋ। ਹੁਣ ਤੁਹਾਡੇ ਵੱਲੋਂ ਮਨ ਲੱਗੇ ਚਾਹੇ ਨਾ ਲੱਗੇ, ਤੁਸੀਂ ਤਾਂ ਹੁਣ ਰੁਕੋ ਨਾ। ਤੁਸੀਂ ਤਾਂ ਜਿਹੜਾ ਸਤਿਗੁਰ ਨੇ ਤੁਹਾਨੂੰ ਵਾਹਿਗੁਰੂ ਦਾ ਮੰਤਰ ਦਿੱਤਾ ਉਹਦੀ ਆਰਾਧਨਾ ਕਰੋ। ਜੇ ਅੱਜ ਮਨ 5 ਮਿੰਟ ਕਰਨ ਦੇ ਨਾਲ ਨਹੀਂ ਜੁੜਦਾ ਤੇ ਕੱਲ ਨੂੰ 7 ਮਿੰਟ ਕਰ ਲਓ, ਕੁਛ ਕਰੋ ਤਾਂ ਸਹੀ। ਪਰ ਜੇ ਤੁਸੀਂ ਇਹ ਕਹੋ ਵੀ ਮੈਂ 5 ਮਿੰਟ ਤੋਂ ਕਰਕੇ 3 ਮਿੰਟ ਕਰ ਲਵਾਂ, 1 ਮਿੰਟ ਮੈਂ ਕਰਕੇ ਦੇਖਾਂ ਮਨ ਟਿਕਦਾ ਕਿ ਨਹੀਂ, ਇਹ ਨਹੀਂ ਟਿਕਦਾ। ਪਰ ਚੇਤਾ ਨੇ ਜਿਹੜੀ ਗੱਲ ਕਹੀ ਸੀ, ਜੇਠ ਹਾੜ ਦੀ ਧੁੱਪ ਲੱਗੀ ਹੋਵੇ ਤੇ ਜਦੋਂ ਮੀਂਹ ਪੈਂਦਾ ਤੇ ਥੱਲੇ ਭੜਾਸ ਹੀ ਨਿਕਲਦੀ ਹੈ। ਇਹ ਜਦੋਂ ਤੁਹਾਡੇ ਅੰਦਰ ਜਿਹੜੇ ਵਿਕਾਰ ਇੰਨੇ ਨੇ ਨਾ, ਤੁਹਾਨੂੰ ਜਿਹੜੇ ਕਾਬੂ ਕਰਕੇ ਬੈਠੇ ਨੇ, ਕਿਲਾ ਬਣਾ ਕੇ ਇਹਨਾਂ ਵਿਕਾਰਾਂ ਨੇ ਤੁਹਾਡੇ ਮਨ ਨੂੰ, ਤੁਹਾਡੀ ਆਤਮਾ ਨੂੰ ਕਾਬੂ ਕੀਤਾ ਹੋਇਆ ਹੈ। ਔਰ ਕਿਲੇ ਦੇ ਜਿਹੜੇ ਦਰਵਾਜ਼ੇ ਦੇ ਉੱਤੇ ਦੈਂਤ ਖੜੇ ਨੇ ਨਾ, ਉਹ ਬੜੇ ਤਕੜੇ ਨੇ, ਬੜੇ ਤਕੜੇ ਹੱਥ ਪਾਏ ਨੇ ਉਹਨਾਂ ਨੇ ਤੁਹਾਨੂੰ। ਹੁਣ ਉਹ ਕਿੱਦਾਂ ਚਾਹਣਗੇ? ਇਹ ਕਾਲ ਚਾਹੂਗਾ ਕਿ ਤੁਸੀਂ ਉਹ ਸੰਗਲਾਂ ਨੂੰ ਤੋੜ ਕੇ ਬੰਦਗੀ ਵੱਲ ਨੂੰ ਤੁਰ ਪਵੋ, ਕਦੀ ਵੀ ਨਹੀਂ ਚਾਹੂਗਾ। ਇਹ ਮਾਇਆ ਚਾਹੂਗੀ ਕਿ ਉਹਦੇ ਖਿਡੌਣਿਆਂ ਦੇ ਵਿੱਚੋਂ ਤੁਸੀਂ ਬਚ ਜਾਵੋ, ਨਹੀਂ ਕਦੀ ਚਾਹੋਗੇ। ਪਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸੁਚੇਤ ਹੋ ਗਏ, ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋ ਗਿਆ ਤੇ ਤੁਸੀਂ ਏਦਾਂ ਕਰੋ, ਅੱਜ 5 ਮਿੰਟ ਜਪ ਕੀਤਾ ਨਹੀਂ ਮਨ ਲਗਾਣਾ ਸੀ, ਕੱਲ ਨੂੰ 10 ਕਰ ਦਿਓ, ਪਰਸੋਂ ਨੂੰ 20 ਕਰ ਦਿਓ। ਔਰ ਤੁਸੀਂ ਕਰਦੇ ਜਾਓਗੇ, ਦੇਵ ਤਾਂ ਸਹੀ 6-7 ਹਫ਼ਤੇ, ਮਹੀਨਾ ਦੇਵ ਤਾਂ ਸਹੀ, ਫੇਰ ਆਣ ਕੇ ਦੇਖੋ ਸਹੀ ਵੀ ਇਹ ਮਨ ਟਿਕਣਾ ਸ਼ੁਰੂ ਹੁੰਦਾ ਕਿ ਨਹੀਂ। ਪਰ ਮਨ ਤਾਂ ਸਾਡਾ ਹੁੰਦਾ ਭਾਈ, ਫਿਰ ਟੈਲੀਵਿਜ਼ਨ ਦੇ ਉੱਤੇ ਫਿਲਮ ਬੜੀ ਪਿਆਰੀ ਆਉਣੀ ਆ, ਮਨ ਤਾਂ ਸਾਡੇ ਚਿੱਤ ਦੇ ਵਿੱਚ ਹੁੰਦਾ ਵੀ ਆਪਾਂ ਮਾਇਆ ਗਣ ਲਈਏ। ਹੁਣ ਤੁਸੀਂ ਦੇਖਿਓ, 1 ਮਿੰਟ ਮੈਂ ਜਿਹੜੀ ਗੱਲ ਕਹਿਣ ਲੱਗਾ ਇਹਨੂੰ ਧਿਆਨ ਨਾਲ ਸੁਣਿਓ। ਤੁਸੀਂ ਮਾਲਾ ਫੇਰਦੇ ਹੋਵੋ, 108 ਮਣ ਕੇ ਦੀ ਹੋਵੇ ਜਾਂ 27 ਮਣ ਕੇ ਦੀ ਹੋਵੇ, ਉਹ ਤਾਂ ਵੈਸੇ ਮਾਲਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਦੇ ਦਿੱਤੀ ਹੈ ਆਪਾਂ ਨੂੰ, ਕਬੀਰ ਰਸਨਾ ਉਪਰ ਰਾਮ, ਇਹ ਸਾਡੀ ਮਾਲਾ ਹੈ। ਤੇ ਲੋਕਾਂ ਨੂੰ ਦਿਖਾਉਣ ਵਾਲੇ ਕਈ ਵਾਰੀ ਇਹਨਾਂ ਭਰ ਵੀ ਪੈ ਜਾਂਦਾ ਵੀ ਲੋਕਾਂ ਨੂੰ ਦਿਖਾਉਣਾ। ਮੈਂ ਖੁਦ ਫੇਰਦਾ ਰਿਹਾ ਭਾਈ ਮਾਲਾ ਇਹ, ਪਰ ਮੇਰੇ ਗਲ ਦੇ ਵਿੱਚ ਵੀ ਸਦਾ ਮਾਲਾ ਰਹੀ ਹੈ। ਪਰ ਮੈਂ ਸਭ ਕੁਝ ਜਦੋਂ ਗਿਆਨ ਹੋ ਗਿਆ, ਮੈਂ ਇਹਨਾਂ ਨੂੰ ਲਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਨਿਰੰਕਾਰ ਦੀ ਕਿਰਪਾ ਦੇ ਨਾਲ। ਮੁੜ ਕੇ ਨਾ ਮੈਂ ਮਾਲਾ ਫੇਰੀ, ਕਿਉਂਕਿ ਮਹਾਰਾਜ ਤੇ ਸਾਸ ਗਰਾਸ ਦੀ ਤੁਹਾਨੂੰ ਗੱਲ ਕਰਦੇ ਨੇ। ਹੁਣ ਤੁਸੀਂ ਦੇਖਿਓ ਸਹੀ, ਜਦੋਂ ਮਾਲਾ ਫੇਰਦੇ ਆ ਮਨ ਜ਼ਰੂਰ ਨੱਠ ਭੱਜ ਵਜੂ। ਤਾਂ ਏਦਾਂ ਕਰਿਓ, ਤੁਸੀਂ 1000 ਪਾਉਂਡ ਲੈ ਲਿਓ, ਉਹਨੂੰ ਗਿਣਨਾ ਸ਼ੁਰੂ ਕਰਿਓ, ਜਾਂ ਕਿਸੇ ਦੇ ਕੋਲੋਂ ਤੁਹਾਨੂੰ ਮਾਇਆ ਪ੍ਰਾਪਤ ਆਈ ਹੋਵੇ ਉਹਨੂੰ ਗਿਣਨ ਦੇਖਿਓ, ਕਦੀ ਮਨ ਨਹੀਂ ਭਟਕੂਗਾ। ਇਹ ਮਾਇਆ ਏਡੀ ਪਰਬਲ ਹੈ ਜਿਹੜੀ ਮਾਇਆ ਦੇ ਵਿੱਚ ਤੁਸੀਂ ਖੁੱਭੇ ਹੋਏ ਹੋ। ਇਹ ਮਾਇਆ ਦੇ ਕੋਲੋਂ ਬਚਣ ਵਾਸਤੇ ਭਾਈ ਜਿਹੜੀ ਚੰਚਲ ਮਤ ਨੂੰ ਤਿਆਗਣਾ ਤੇ ਫਿਰ ਇਹ ਮਨ ਨੂੰ ਵਧਾਉਣਾ ਪੈਣਾ,
ਛੱਡ ਦਿਓ ਅੱਜ ਟੈਲੀਵਿਜ਼ਨ 2 ਘੰਟੇ ਨਾ ਦੇਖੋ ਜਾਂ ਘੰਟਾ ਨਾ ਦੇਖੋ, ਕੀ ਹੋ ਜਾਊਗਾ? ਜਿਹੜਾ ਸੀਰੀਅਲ ਦੇਖਣ ਦਾ ਉਹ ਸੀਰੀਅਲ ਨੇ ਕੀ ਤੁਹਾਨੂੰ ਆਨੰਦ ਦੇਣਾ? ਸਗੋਂ ਘਰ ਦੇ ਵਿੱਚ ਪੁਆੜੇ ਪਾਏ ਹੁੰਦੇ ਨੇ। ਮੈਂ ਤਾਂ ਪੰਜਾਬ ਦੇ ਵਿੱਚ ਇਹ ਵੀ ਦੇਖੇ ਨੇ, ਉਹ ਕਹਿੰਦੀ ਵਿਚਾਰਾ ਬਾਹਰੋਂ ਕੰਮ ਤੋਂ ਆਉਂਦਾ ਵਿਚਾਰਾ, ਉਹ ਆਖਦਾ ਭਗਵਾਨ ਨੇ ਪ੍ਰਸ਼ਾਦਾ ਆਖਣ ਲੱਗੀ ਆ ਰਸੋਈ 'ਚ ਪਿਆ ਆਪੇ ਗਰਮ ਕਰ ਲਓ, ਮੈਂ ਤਾਂ ਇੱਥੇ ਸੱਸ ਵੀ ਕਦੀ ਬਹੂ ਸੀ, ਇਹ ਦੇਖਣੀ ਜ਼ਰੂਰ। ਇਹ ਚੀਜ਼ਾਂ ਮੈਂ ਅੱਖੀਂ ਦੇਖੀਆਂ ਭਾਈ। ਉਹਨਾਂ ਨੂੰ ਮੈਂ ਪੁੱਛਿਆ ਮਾਤਾਵਾਂ ਨੂੰ ਤੇ ਮੇਰੀਆਂ ਭੈਣੋ, ਆਹ ਜਿਹੜਾ ਸੀਰੀਅਲ ਆ ਇਹਨੇ ਤੁਹਾਨੂੰ ਕੁਝ ਦੇਣਾ? ਕੀ ਤੁਹਾਡੇ ਹੱਥ ਦੇ ਉੱਤੇ ਸ਼ੁੱਕਰਵਾਰ ਨੂੰ ਜਾਂ ਮਹੀਨੇ ਬਾਅਦ ਇਹਨੇ ਆਣ ਕੇ ਕੋਈ ਤਨਖਾਹ ਰੱਖਣੀ ਆ ਜਿਹਦੇ ਨਾਲ ਤੁਹਾਡੇ ਘਰ ਦਾ ਨਿਰਵਾਹ ਹੋਵੇ? ਆਖਣ ਲੱਗੇ ਨਹੀਂ ਨਹੀਂ ਨਹੀਂ। ਤੇ ਫਿਰ ਕਰਦਾ ਕੌਣ? ਕਹਿੰਦੇ ਘਰ ਵਾਲਾ। ਸੇਵਾ ਕਿਹੜੀ ਕਰਨੀ ਚਾਹੀਦੀ, ਘਰ ਵਾਲੇ ਦੀ ਜਾਂ ਸੀਰੀਅਲ ਦੀ? ਤੇ ਫਿਰ ਸਮਝ ਜਾਂਦੀਆਂ ਵੀ ਇਹ ਜਿਹੜਾ ਘਰ ਵਾਲਾ ਸਾਰਾ ਦਿਨ ਟੁੱਟ ਕੇ ਸਾਡੇ ਲਈ ਕਮਾਉਂਦਾ, ਮਿਹਨਤ ਕਰਦਾ, ਬੜੀ ਕਠਿਨ ਕਮਾਈ ਕਰਦਾ, ਆਂਦੇ ਨੂੰ ਅਸੀਂ ਕਹਿ ਦਿੰਦੇ ਵੀ ਰਸੋਈ 'ਚ ਪਿਆ ਆਪੇ ਗਰਮ ਕਰਕੇ ਖਾ ਲਈ, ਤੇ ਹੋ ਜਾਂਦੀਆਂ ਠੀਕ। ਪਰ ਆਪਣੇ ਆਪ ਨੂੰ ਸੁਚੇਤ ਕਰੋ। ਇਹ ਚੰਚਲ ਮਤ ਨੂੰ ਤਿਆਗਣ ਵਾਸਤੇ ਜਿਹੜੇ ਨਾ ਅੰਦਰ ਸਾਡੇ 5 ਹੋਰ ਕਾਮਦਾਇਕ ਚੋਰ ਬੈਠੇ ਨੇ, ਇਹ ਜਿਹੜੇ ਮਨ ਨੂੰ ਕਾਬੂ ਕਰਕੇ, ਇਹ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਹ ਨਾਮ ਦੇ ਨਾਲ, ਸ਼ਬਦ ਨਾਲ ਹੀ ਮਰਨੇ, ਨਹੀਂ ਤਾਂ ਭਾਈ ਜੀਵਨ ਅਜਾਈ ਜਾ ਰਿਹਾ ਹੈ। ਅੰਤਰ ਸਾਚ ਸਹਿਜ ਕਰ ਆਵੈ, ਰਾਜਨ ਜਾਣ ਪਰਮ ਗਤ ਪਾਵੈ। ਅੰਦਰ ਹੀ ਸਾਡੇ ਆਤਮਾ ਦੇ ਵਿੱਚ ਨਿਰੰਕਾਰ ਨੇ ਉਹ ਸ਼ਬਦ ਰੱਖਿਆ ਹੋਇਆ, ਸੱਚਾ ਨਾਮ ਟਿਕਾ ਕੇ ਰੱਖਿਆ ਹੋਇਆ ਗੁਪਤ ਰੂਪ ਦੇ ਵਿੱਚ, ਤੇ ਅੰਦਰ ਹੀ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਗਿਆਨ, ਅੰਦਰ ਹੀ ਸਾਡੇ ਉਹ ਰਾਜਾ ਪਰਮੇਸ਼ਰ ਵਾਹਿਗੁਰੂ ਟਿਕਿਆ ਹੋਇਆ ਹੈ। ਸੱਚ ਕਰਨੀ ਗੁਰ ਪਰਮ ਚੁਕਾਵੈ, ਨਿਰਭਉ ਕੈ ਕਰ ਤਾੜੀ ਲਾਵੈ। ਸੱਚ ਕਰਨੀ ਗੁਰ ਭਰਮ ਚੁਕਾਵੇ। ਜਦੋਂ ਤੁਸੀਂ ਸੱਚੀ ਕਾਰ ਕਰਨ ਲੱਭੋਗੇ, ਸਾਰੇ ਭਰਮ ਖਤਮ ਹੋ ਜਾਣਗੇ, ਧਾਗੇ ਤਵੀਤ ਰੋਟ ਛੋਟ ਸਭ ਖਤਮ ਹੋ ਜਾਣਗੇ। ਫਿਰ ਕੀ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਡਰ ਨਹੀਂ ਰਹੇਗਾ। ਕਹਿੰਦੇ ਤੁਸੀਂ ਨਿਰਭਉ ਹੋ ਜਾਓਗੇ, ਤੇ ਨਿਰਭਉ ਅਕਾਲ ਪੁਰਖ ਹੈ। ਕਹਿੰਦੇ ਉਹਦੇ ਘਰ ਜਿਹੜਾ ਤੁਹਾਡਾ ਸਹੀ ਘਰ, ਉਹਦੇ ਵਿੱਚ ਤੁਸੀਂ ਤਾੜੀ ਲਾਵੋਗੇ। ਤਾੜੀ ਦਾ ਮਤਲਬ ਹੁੰਦਾ ਸਮਾਧੀ ਲਾਉਣੀ। ਉਹਦੇ ਵਿੱਚ ਵੀ ਤੁਹਾਡੀ ਲਿਵ ਜੁੜ ਜਾਵੇਗੀ ਇੱਕ ਅਕਾਲ ਪੁਰਖ ਦੇ ਨਾਲ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੈ। ਜਿਹੜਾ ਜੀਵ ਮੈਂ ਕਰਦਾ ਮਰ ਗਿਆ, ਭਲਾ ਉਹਨੇ ਕੀ ਪਾਇਆ ਜੋ ਸੰਸਾਰ ਤੋਂ? ਕੁਝ ਵੀ ਨਹੀਂ। ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਪਰ ਜਿਨ੍ਹਾਂ ਨੂੰ ਪੂਰਾ ਗੁਰੂ ਨਿਰੰਕਾਰ ਇਦੂ ਸੰਸਾਰ ਇਦੂ ਜੀਵਨ ਕਾਲ ਦੇ ਵਿੱਚ ਮਿਲ ਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਜਨਮ ਮਰਨ ਦੇ ਝਗੜੇ ਖਤਮ ਕਰ ਦਿੰਦੇ ਹਨ। ਜੇਤੀ ਹੈ ਤੇਤੀ ਕਿਉ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਜਿੰਨੀ ਵੀ ਸ੍ਰਿਸ਼ਟੀ ਹੈ 33 ਕੋ ਨਹੀਂ, ਇਹ ਕਿਸੇ ਵੀ ਅਰਥਾਤ ਮਿਥਿਆ ਦੇ ਵਿੱਚ ਫਸੀ ਹੋਈ ਹੈ। ਜਿੰਨੀ ਦੁਨੀਆ ਹੈ ਇਹ ਭਾਈ ਸਾਰੀ ਬੰਦਗੀ ਨਹੀਂ ਕਰ ਸਕਦੀ। ਪਰ ਨਹੀਂ ਕਰ ਸਕਦੀ ਕਾਰਨ ਹੈ ਕਿ ਮਾਇਆ ਵੀ ਆਪਣੇ ਜ਼ੋਰ ਦੇ ਵਿੱਚ ਪੂਰਾ ਆਪਣਾ ਬਲ ਦਿਖਾ ਰਹੀ ਹੈ। ਤੇ ਇਹਦੇ ਵਿੱਚ ਕੋਈ ਥੋੜੇ ਨੇ ਵਿਰਲੇ ਜਿਨ੍ਹਾਂ ਨੂੰ ਵਾਰ ਨਿਰੰਕਾਰ ਨੇ ਵਿਰਲੇ ਆਖਿਆ ਹੈ। ਉਹ ਕਹਿੰਦੇ ਗੁਰਮੁਖ ਗਿਆਨ ਭੇਟ ਗੁਣ ਗਾਹੀ। ਉਹ ਗੁਰਮੁਖ ਜਿਹੜੇ ਨੇ ਸਤਿਗੁਰ ਨੂੰ ਪਿਆਰੇ ਲੱਗਣ ਲੱਗ ਪੈਂਦੇ ਨੇ। ਹੁਣ ਕੋਈ ਭੁੱਲ ਕੇ ਗੁਰਦੁਆਰੇ ਆ ਜਾਵੇ, ਇੱਥੋਂ ਆਪਾਂ ਸਮਾਪਤੀ ਕਰ ਦੇਣੀ ਹੈ। ਕਿੰਨਾ ਟਾਈਮ ਰਹਿੰਦਾ ਜੀ? ਦੇਖਿਓ ਹਾਂਜੀ 10 to ਅੱਛਾ, ਅਜੇ ਹੈ ਟਾਈਮ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਗਿਆਨ ਭੇਟ ਗੁਣ ਗਾਹੀ। ਹੁਣ ਇਹ ਦੇਖਿਓ ਕਿ ਗਿਆਨ ਕਿੰਨੀ ਛੇਤੀ ਪ੍ਰਾਪਤ ਹੋ ਜਾਂਦਾ ਸਾਨੂੰ। ਕਿ ਮੈਂ ਭਾਵਨਾ ਦੇ ਨਾਲ ਆਪ ਜੀ ਦੇ ਸੇਵਾ ਕਰਦਾ, ਉਹਨਾਂ ਟਾਈਮ ਨਹੀਂ ਦੇਖਦਾ। ਇਸ ਕਰਕੇ ਸਾਡੇ ਇਹ ਸਿੰਘਣੀ ਟਾਈਮ ਦੇਖਦੇ ਦਿਨਾਂ ਤੋਂ ਪੁੱਛ ਲਈਦਾ, ਭਾਈ ਸੋਝੀ ਅਸੀਂ ਮਾਫੀ ਵੀ ਮੰਗ ਲੈਂਦੇ ਹਾਂ ਕਿ ਤੁਹਾਡੀ ਜੁੜੀ ਹੋਈ ਵਿਰਤੀ ਨੂੰ ਕਈ ਵਾਰੀ ਤੋੜਦੇ ਹਾਂ। ਸੋ ਮਾਲਕ ਕਹਿੰਦੇ ਨੇ ਗੁਰੂ ਦਾ ਗਿਆਨ ਕਿੰਨੀ ਛੇਤੀ ਹਾਸਲ ਹੁੰਦਾ, ਜਾਂ ਗਿਆਨ ਕਿੰਨੀ ਛੇਤੀ ਹਾਸਲ ਹੁੰਦਾ। ਇੱਕ ਘੁਮਿਆਰ ਭਾਂਡੇ ਬਣਾਇਆ ਕਰਦਾ ਹੁੰਦਾ, ਭਾਂਡੇ, ਤਾਂ ਉਹ ਸਭ ਤੋਂ ਜ਼ਿਆਦੀਆਂ ਚਿਲਮਾਂ ਬਣਾਇਆ ਕਰਦਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਹੁੱਕੇ ਦੇ ਉੱਤੇ ਚਿਲਮ ਰੱਖ ਕੇ ਤਮਾਕੂ ਲੋਕ ਪੀਂਦੇ ਹੁੰਦੇ ਸਨ। ਤਾਂ ਜਿਹੜੀ ਉਹਦੀ ਘਰ ਵਾਲੀ ਸੀ ਉਹ ਮਿੱਟੀ ਗਾਉਂਦੀ ਹੁੰਦੀ ਸੀ। ਪਰ ਘਰ ਵਾਲੀ ਨਾ ਉਹ ਗੁਰਦੁਆਰੇ ਜ਼ਰੂਰ ਜਾਇਆ ਕਰਦੀ ਹੁੰਦੀ ਸੀ। ਉੱਥੇ ਜਿਹੜੇ ਸਿੰਘ ਸਾਹਿਬ ਸੀਗੇ, ਗਿਆਨੀ ਸਿੰਘ ਸੀ, ਉਹ ਬੜੇ ਵਿਦਵਾਨ ਸੀ। ਉਹਨਾਂ ਨੇ ਬਹੁਤ ਸੰਗਤ ਦੀ ਵਡਿਆਈ ਕਰਨੀ। ਬੜੀ ਵਡਿਆਈ ਕਰਦਿਆਂ ਨੇ ਉਹਨਾਂ ਨੇ ਦੱਸਣਾ, ਭਾਈ ਜੇ ਕੋਈ ਸ਼ੁਭ ਕਰਮ ਕਰੋਗੇ ਇੱਥੇ ਸੰਸਾਰ ਤੇ, ਪਰਮਾਤਮਾ ਤੁਹਾਡੇ ਸਾਰੇ ਝਗੜੇ ਖਤਮ ਕਰ ਦੇਣਗੇ, ਤੁਹਾਨੂੰ ਸੁੱਖ ਦੇਣਗੇ। ਤੇ ਕੀ ਹੋਇਆ ਨਾ, ਇਹਨੇ ਆਪਣੇ ਘਰ ਵਾਲੇ ਨੇ ਰੋਜ਼ ਕਹਿਣਾ ਚੱਲ ਚਲੀਏ ਤੂੰ ਵੀ ਜਾ ਕੇ ਕਥਾ ਸੁਣ ਕੇ ਆ। ਇਹਨੇ ਕਹਿਣਾ ਛੱਡ, ਪਤਾ ਹੀ ਆ ਉੱਥੇ ਕਿਹੜੀਆਂ ਅੱਜ ਵੀ ਜਿੱਦਾਂ ਲੋਕ ਕਹਿ ਦਿੰਦੇ ਆ ਗੁਰਦੁਆਰੇ ਬਸ ਕੀ ਹੋਣਾ।
ਗੁਰਦੁਆਰੇ ਕਹਾਣੀਆਂ ਸੁਣਾਈ ਜਾਣੀਆਂ, ਮੁੜ ਕੇ ਕਹਿਣਾ ਵੀ ਜੇ ਅੰਮ੍ਰਿਤ ਨਾ ਛਕੋਗੇ ਤੁਹਾਡਾ ਜੀਵਨ ਵਿਅਰਥ ਹੈ। ਹਾਂਜੀ, ਤੇ ਇਸੇ ਤਰ੍ਹਾਂ ਦੀਆਂ ਗੱਲਾਂ ਆਉਣੀਆਂ, ਕਹਿੰਦੇ ਤਾਂ 50 ਵਾਰੀ ਸੁਣੀਆਂ, ਕੀ ਜਾਣਾ ਗੁਰਦੁਆਰੇ, ਇੱਥੇ ਬੈਠ ਕੇ ਤਾਸ਼ ਖੇਲ ਲੈਂਦੇ ਆ। ਇੱਦਾਂ ਪਹਿਲਾਂ ਵੀ ਸੀ। ਤੇ ਹੁਣ ਜਿਸ ਵੇਲੇ ਉਹ ਘਰ ਵਾਲੀ ਨੇ ਰੋਜ਼ ਕਹਿਣਾ, ਇੱਕ ਦਿਨ ਨਾ ਅੱਕਿਆ ਹੋਇਆ ਕਹਿੰਦਾ ਵੀ ਇਹ ਹਟਦੀ ਨਹੀਂ ਮੇਰੇ ਕੰਨ ਖਾਣੋਂ, ਵੀ ਕਿਉਂ ਨਾ ਹੁਣ ਮੈਂ ਇੱਕ ਦਿਨ ਚਲੇ ਹੀ ਜਾਵਾਂ। ਇਹ ਗਿਆ ਤੇ ਇਹਨੇ ਕਥਾ ਦੇ ਵਿੱਚ ਗੱਲ ਸੁਣੀ ਭੈੜੇ ਕਰਮਾਂ ਦੀ ਤੇ ਚੰਗੇ ਕਰਮਾਂ ਦੀ। ਹੁਣ ਭੈੜੇ ਕਰਮ ਜਿਹੜੇ ਸਨ ਉਹ ਜਿਹੜੇ ਉਹਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਸਨ, ਜਿਹੜੇ ਚੰਗੇ ਕਰਮ ਸਨ ਉਹ ਪ੍ਰਮਾਤਮਾ ਦੇ ਲੱਗ ਗਏ। ਤੇ ਪ੍ਰਮਾਤਮਾ ਦੀ ਵਡਿਆਈ ਸੁਣ ਕੇ ਮੁੜ ਕੇ ਘਰ ਆ ਗਿਆ ਤੇ ਇਹਨੇ ਚੱਕ ਦੇ ਉੱਤੇ ਮਿੱਟੀ ਰੱਖੀ। ਚਾਕੂ ਜਿਹੜਾ ਘੁੰਮਦਾ ਹੁੰਦਾ ਭਾਈ, ਉਹਦੇ ਉੱਤੇ ਮਿੱਟੀ ਰੱਖੀ ਤਾਂ ਇਹ ਚਿਲਮ ਮਨਾਉਣ ਲੱਗਾ। ਤੇ ਘਰ ਵਾਲੇ ਆਖਣ ਲੱਗੇ, ਦੇਖ ਕਿੰਨੀ ਸੋਹਣੀ ਕਥਾ ਸੁਣ ਕੇ ਆਏ, ਆਪਾਂ ਵੀ ਕਿਉਂ ਨਾ ਕੋਈ ਪਰ ਉਪਕਾਰ ਦਾ ਕੰਮ ਕਰ ਲਈਏ। ਤੇ ਉਹ ਕਹਿੰਦਾ ਕਿਹੜਾ? ਕਹਿੰਦੇ ਮਿੱਟੀ ਦੇ ਵਿੱਚੋਂ ਆਵਾਜ਼ ਆਈ, ਆਖਣ ਲੱਗੀ ਮਿੱਟੀ ਘੁਮਿਆਰ ਨੂੰ ਆਖਣ ਲੱਗੀ ਕਿ ਤੇ ਰੋਜ਼ ਤੂੰ ਚਿਲਮਾਂ ਬਣਾਉਣ ਡਿਆ ਆ, ਅੱਜ ਮੇਰੀ ਇਦੂ ਰੂਪ ਨੂੰ ਚਿਲਮ ਦੇ ਵਿੱਚ ਨਾ, ਮੈਨੂੰ ਚਿਲਮ ਦੇ ਰੂਪ ਦੇ ਵਿੱਚ ਨਾ ਬਣਾ, ਮੈਨੂੰ ਸਰਾਹੀ ਦੇ ਰੂਪ ਦੇ ਵਿੱਚ ਬਣਾ ਦੇ। ਤੇ ਉਹ ਆਖਣ ਲੱਗਾ ਵੀ ਸਰਾਹੀ ਬਣਾ ਕੇ ਫਾਇਦਾ ਕੀ ਹੋਏਗਾ? ਕਹਿੰਦੇ ਮੈਂ ਰੋਜ਼ ਸੜਦੀ ਆ, ਤੇਰੀ ਬਣਾਈ ਹੋਣੀ ਚਿਲਮ ਦੇ ਵਿੱਚ ਕੋਲੇ ਪਾਏ ਜਾਂਦੇ ਨੇ, ਤਮਾਕੂ ਪਾਏ ਜਾਂਦੇ ਨੇ, ਮੈਂ ਸੜਦੀ ਆ, ਸੜ ਕੇ ਮੈਂ ਤੰਗ ਆ ਚੁੱਕੀ ਆ, ਅੱਜ ਮੇਰੇ ਤੇ ਵੀ ਕਿਰਪਾ ਤੂੰ ਕਰ ਦੇ, ਤੂੰ ਵੀ ਸੰਗਤ ਦੇ ਵਿੱਚੋਂ ਕੁਝ ਲੈ ਕੇ ਆਇਆ। ਆਖਣ ਲੱਗਾ ਕੀ ਕਰਾਂ? ਆਖਣ ਲੱਗਾ ਮੈਨੂੰ ਸਰਾਹੀ ਬਣਾ ਦੇ। ਮਿੱਟੀ ਕਹਿੰਦੀ ਆ ਉਹਨੂੰ, ਘੁਮਿਆਰ ਨੂੰ, ਮੈਨੂੰ ਸਰਾਹੀ ਬਣਾ ਦੇ। ਤੇ ਉਹ ਕਹਿੰਦਾ ਫੇਰ ਕੀ ਹੋ ਗਿਆ? ਕਹਿੰਦੇ ਸਰਾਹੀ ਦੇ ਵਿੱਚ ਠੰਡਾ ਪਾਣੀ ਪਏਗਾ, ਨਾਲੇ ਤਾਂ ਮੇਰੇ ਸਰੀਰ ਨੂੰ ਠੰਡਕ ਆਏਗੀ, ਨਾਲੇ ਜਿਹੜਾ ਛਕੂਗਾ ਉਹਨੂੰ ਠੰਡਕ ਪਹੁੰਚੂਗੀ। ਚਿਲਮ ਦੇ ਨਾਲ ਤਾਂ ਦੂਜਾ ਵੀ ਅੰਦਰੋਂ ਭੁੱਜਣ ਡਿਆ ਆ, ਲੂ ਹੋਣ ਡਿਆ ਆ, ਪਰ ਸਰਾਹੀ ਦੇ ਨਾਲ ਉਹਦੇ ਅੰਦਰ ਵੀ ਠੰਡਕ ਆਏਗੀ। ਔਰ ਮੈਂ ਤੈਨੂੰ ਇਹ ਦੱਸਦੀ ਆ, ਤੂੰ ਜੇ ਸਰਾਹੀ ਬਣਾਏਗਾ ਤਾਂ ਵਾਹਿਗੁਰੂ ਤੇਰਾ ਹੈ ਜਿਹੜੇ ਪ੍ਰਮਾਤਮਾ ਦੀ ਕਥਾ ਸੁਣ ਕੇ ਆਇਆ, ਤੇਰੇ ਵਾਸਤੇ ਸਾਰੇ ਦਰਵਾਜ਼ੇ ਖੋਲ ਦੇਵੇਗਾ। ਕਹਿੰਦੇ ਉਹ ਦਿਨ ਤੋਂ ਇੱਕ ਦਿਨ ਦੀ ਕੀਤੀ ਹੋਈ ਸੰਗਤ ਨੇ ਐਸਾ ਕਰਮ ਬਣਾ ਦਿੱਤਾ, ਇਸ ਜੀਵ ਨੇ ਚਿਲਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਤੇ ਸਰਾਹੀਆਂ ਬਣਾ ਕੇ ਇਹ ਜਸ ਖੱਟਣਾ ਇਸ ਨੇ ਸ਼ੁਰੂ ਕਰ ਦਿੱਤਾ। ਭਾਈ ਇਸ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਹੈ ਉਹ ਗਿਆਨ ਇੰਨੀ ਛੇਤੀ ਹੋ ਜਾਂਦਾ, ਪਰ ਜੇ ਅਸੀਂ ਗਿਆਨ ਲੈਣ ਵਾਲੇ ਬਣੀਏ, ਜੇ ਸਾਡਾ ਘੱਟ ਗਿਆਨ ਪਰ ਹਾਸਲ ਕਰਨ ਵਾਸਤੇ ਇਹ ਸਰੀਰ ਤਿਆਰ ਹੋਵੇ ਤਾਂ ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਹਉਮੈ ਦੇ ਬੰਧਨਾਂ ਦੇ ਵਿੱਚ ਤਾਂ ਭਾਈ ਜਮਾਂ ਦੇ ਰੱਸਿਆਂ ਦੇ ਵਿੱਚ, ਜਮਾਂ ਦੀ ਫਾਹੀ ਦੇ ਵਿੱਚ ਜੀਵ ਬੰਧਿਆ ਰਹਿੰਦਾ ਹੈ, 84 ਲੱਖ ਜੂਨ ਦੇ ਵਿੱਚ ਬੰਧਿਆ ਰਹਿੰਦਾ ਹੈ। ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਰਾਮ ਭਗਤ ਸੁਖ ਪਾਵੇ। ਜਿਹੜੇ ਸਭ ਦੇ ਵਿੱਚ ਰਵੇ ਹੋਏ ਰਾਮ ਦੇ ਬੰਦਗੀ ਕਰਦੇ ਨੇ, ਉਹੀ ਸੰਸਾਰ ਦੇ ਉੱਤੇ ਸਾਰੇ ਸੁੱਖ ਪ੍ਰਾਪਤ ਕਰਦੇ ਹਨ। ਗੌੜੀ ਮਹਲਾ ਪਹਿਲਾ, ਪ੍ਰਥਮੈ ਬ੍ਰਹਮਾ ਕਾਲਾ ਕਰ ਆਇਆ, ਬ੍ਰਹਮ ਕਮਲ ਪਿਆਲ ਨਾ ਪਾਇਆ। ਵਾਹਿਗੁਰੂ ਧੰਨੋ ਸਤਿਗੁਰ ਸੱਚੇ ਪਾਤਸ਼ਾਹ। ਹੁਣ ਕਹਿੰਦੇ ਜੇ ਸਭ ਤੋਂ ਪਹਿਲਾਂ ਕਾਲ ਕਹਿੰਦੇ ਮੌਤ, ਤੇ ਕਾਲ ਨਾਮ ਹੰਕਾਰ ਦਾ ਵੀ ਰੱਖਿਆ। ਕਹਿੰਦੇ ਸਾਰੇ ਜੀਵਾਂ ਤੋਂ ਪਹਿਲਾਂ ਬ੍ਰਹਮਾ ਕਾਲ ਦੇ ਘਰ ਦੇ ਵਿੱਚ ਆਇਆ, ਇਹਨੂੰ ਹੰਕਾਰ ਹੋ ਗਿਆ। ਬ੍ਰਹਮ ਕਮਲ ਪਾਇਲ ਨਾ ਪਾਇਆ, ਕਹਿੰਦੇ ਇਹਨੂੰ ਹੰਕਾਰ ਹੋ ਗਿਆ, ਸ਼ੱਕ ਪੈ ਗਈ ਵੀ ਮੈਂ ਵਿਸ਼ਨੂੰ ਦੇ ਜਿਹੜੇ ਕਮਲ ਦਾ ਫੁੱਲ ਹੈ ਉਹਦੀ ਨਾਭੀ ਦੇ ਵਿੱਚੋਂ ਕਿੱਦਾਂ ਪ੍ਰਗਟ ਹੋ ਸਕਦਾ। ਸੋ ਇਸ ਦਾ ਜਿਹੜਾ ਇਹ ਭਰਮ ਸੀ, ਇਹ ਭਰਮ ਦੂਰ ਕਰਨ ਵਾਸਤੇ ਇਹਨੂੰ ਹੰਕਾਰ ਹੋ ਗਿਆ ਵੀ ਇਹ ਸਭ ਝੂਠ ਹੈ, ਇਹ ਸਾਰਾ ਮਿੱਥ ਹੈ, ਮੈਂ ਤਾਂ ਕਦੀ ਵੀ ਨਾਭੀ ਦੇ ਵਿੱਚੋਂ ਨਹੀਂ ਆ ਸਕਦਾ। ਕਹਿੰਦੇ ਖੇਲ ਐਸੀ ਵਰਤੀ ਕਿ ਇਹ ਉਦੋਂ ਨਾਭੀ ਦੇ ਵਿੱਚ ਹੀ ਡਿੱਗ ਪਿਆ। ਕਾਲ ਨੇ ਧੱਕਾ ਮਾਰਿਆ ਇਹਨੂੰ, ਉਦੋਂ ਨਾਭੀ 'ਚ ਡਿੱਗ ਪਿਆ। ਕਈ ਜੋਗੇ ਨਾਭੀ ਦੇ ਵਿੱਚ ਘੁੰਮਦਾ ਰਿਹਾ, ਨਾਭੀ ਦਾ ਅੰਤ ਹੀ ਨਹੀਂ ਪਾ ਸਕਿਆ। ਤਾਂ ਫਿਰ ਇਹਨੂੰ ਗਿਆਨ ਹੋਇਆ ਵੀ ਨਹੀਂ, ਮੇਰਾ ਇੱਥੇ ਕੁਝ ਨਹੀਂ ਕੀਤਾ, ਇਹ ਸੱਚ ਹੀ ਹੈ ਜੋ ਕੁਝ ਲਿਖਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਇਹ ਕਾਲ ਰੂਪੀ ਹੈ, ਕਾਲ ਦੇ ਅਧੀਨ ਸਭ ਤੋਂ ਪਹਿਲਾਂ ਬ੍ਰਹਮਾ ਆਇਆ। ਉਹ ਬ੍ਰਹਮਾ ਇਸ ਕਰਕੇ ਕਿ ਉਸ ਨੇ ਆਪਣੇ ਆਉਣ ਦਾ ਸੰਸਾਰ ਦੇ ਉੱਤੇ ਜੋ ਸਾਧਨ ਸੀ ਉਹਦੇ ਉੱਤੇ ਸ਼ੱਕ ਕੀਤੀ, ਪ੍ਰਮਾਤਮਾ ਦੇ ਉੱਤੇ ਸ਼ੱਕ ਕੀਤੀ। ਅਗਿਆਨੀ ਲੀਨੀ ਭਰਮ ਭੁਲਾਇਆ, ਆਗਿਆ ਅਕਾਲ ਪੁਰਖ ਦੀ ਲਈ ਨਹੀਂ ਮੰਨੀ, ਨਹੀਂ ਭਗਵਾਨ ਦੀ ਆਗਿਆ ਮੰਨੀ ਨਹੀਂ, ਇਸ ਕਰਕੇ ਉਹ ਨਾਭੀ ਦੇ ਵਿੱਚ ਕਈ ਉਹ ਜਿਹੜੀ ਨਾੜੀ ਆ ਕਮਲ ਦੀ ਉਹਦੇ ਵਿੱਚ ਕਈ ਯੁੱਗ ਘੁੰਮਦਾ ਰਿਹਾ।
ਇਹ ਭਰਮਾਂ ਦੇ ਵਿੱਚ ਫਸਿਆ ਰਿਹਾ। ਜੋ ਉਪਜੇ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਇੱਥੋਂ ਸਤਿਗੁਰ ਗਿਆਨ ਦਿੰਦੇ ਨੇ ਵੀ ਜੋ ਵੀ ਸੰਸਾਰ ਦੇ ਉੱਤੇ ਜੀਵ ਆਇਆ, ਉਹ ਕਾਲ ਨੇ ਇੱਕ ਦਿਨ ਮੌਤ ਨੇ ਉਸ ਨੂੰ ਮਾਰ ਹੀ ਦੇਣਾ, ਖਤਮ ਕਰ ਦੇਣਾ ਹੈ। ਇੱਕ ਦਿਨ ਮੌਤ ਨੇ ਉਸ ਨੂੰ ਵਿਆਹ ਕੇ ਲੈ ਹੀ ਜਾਣਾ ਹੈ। ਪਰ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਗੁਰੂ ਦੀ ਸ਼ਬਦ ਦੀ ਕਿਰਪਾ ਦੇ ਨਾਲ, ਔਰ ਜਿਹਦੇ ਵਿੱਚ ਐਡੀ ਤਾਕਤ ਹੁਣ ਇੱਥੋਂ ਸਾਨੂੰ ਅਨੁਭਵ ਹੁੰਦਾ ਸ਼ਬਦ ਦੇ ਵਿੱਚ। ਕਹਿੰਦੇ ਇਹ ਕਾਲ ਜਿਹੜਾ ਨਾ, ਇਹ ਵੀ ਛੱਡ ਕੇ ਭੱਜ ਜਾਂਦਾ ਹੈ। ਇਹ ਵੀ ਕਾਲ ਦੇ ਕੋਲੋਂ ਨਿਰੰਕਾਰ ਪ੍ਰੀਤਮ ਨੇ ਸਾਨੂੰ ਬਚਾ ਕੇ ਰੱਖ ਲਿਆ, ਉਹ ਸਤਿਗੁਰ ਦੇ ਸ਼ਬਦ ਦੀ ਕਿਰਪਾ ਦੇ ਨਾਲ। ਰਹਾਉ ਮਾਇਆ ਮੋਹਿ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਕਹਿੰਦੇ ਜਿੰਨੀਆਂ ਦੇਵੀਆਂ ਨੇ ਤਾਂ ਜਿੰਨੇ ਵੀ ਦੇਵਤੇ ਨੇ, ਸਾਰਿਆਂ ਨੂੰ ਮਾਇਆ ਨੇ ਛੋਇਆ। ਮਾਇਆ ਨੇ ਉਹਨਾਂ ਨੂੰ ਵੀ ਆਪਣੇ ਅਧੀਨ ਰੱਖਿਆ, ਉਹਨਾਂ ਨੂੰ ਵੀ ਮਾਇਆ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਹੈ। ਕਾਲ ਨਾ ਛੋੜੈ ਬਿਨਾ ਗੁਰ ਕੀ ਸੇਵਾ। ਇਹ ਜਿਹੜੀ ਮਾਇਆ ਦੇ ਬੰਧਨ ਨੇ, ਜਾਂ ਇਹ ਜਿਹੜਾ ਕਾਲ ਹੈ, ਇਹਦੇ ਕੋਲੋਂ ਉਹਨਾਂ ਚਿਰ ਜੀਵ ਛੁੱਟ ਨਹੀਂ ਸਕਦਾ ਜਿੰਨੇ ਚਿਰ ਨਿਰੰਕਾਰ ਵਾਹਿਗੁਰੂ ਦੀ ਸੇਵਾ ਦੇ ਵਿੱਚ ਨਹੀਂ ਲੱਗਦਾ। ਉਹ ਅਬਿਨਾਸੀ ਅਲਖ ਅਪੇਵਾ। ਉਹ ਪਰਮਾਤਮਾ ਵਾਹਿਗੁਰੂ ਜਿਹੜਾ ਅਬਿਨਾਸੀ ਹੈ, ਜਿਹਦਾ ਕਦੀ ਨਾਸ਼ ਨਹੀਂ ਹੁੰਦਾ, ਨਾਸ਼ ਰਹਿਤ ਹੈ। ਅਲਖ ਹੈ, ਜਿਹੜਾ ਲੇਖਾਂ ਦੇ ਵਿੱਚ ਨਹੀਂ ਆਉਂਦਾ। ਅਭੇਵਾ, ਜਿਸ ਦਾ ਭੇਦ ਵੀ ਕੋਈ ਨਹੀਂ ਪਾ ਸਕਦਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਨਾ। ਇੱਥੇ ਭਾਵੇਂ ਕੋਈ ਕਿੱਡਾ ਵੱਡਾ ਸ਼ਾਹੂਕਾਰ ਹੋਵੇ, ਸੁਲਤਾਨ ਹੋਵੇ, ਸ਼ਹਿਨਸ਼ਾਹ ਹੋਵੇ, ਚਾਹੇ ਖਾਨ ਹੋਵੇ, ਜਿਹਦੇ ਥੱਲੇ 10,000 5,000 ਫੌਜ ਭੱਜੀ ਫਿਰਦੀ ਹੋਵੇ, ਕਹਿੰਦੇ ਕੋਈ ਵੱਡੇ ਤੋਂ ਵੱਡਾ ਬਾਦਸ਼ਾਹ ਹੋਵੇ, ਕਿਸੇ ਨੇ ਵੀ ਇੱਥੇ ਨਹੀਂ ਰਹਿਣਾ। ਸਾਰਿਆਂ ਨੇ ਕਾਲ ਦੇ ਇੱਕ ਦਿਨ ਇਹਨਾਂ ਸਾਰਿਆਂ ਨੂੰ ਜਿੱਤ ਕੇ ਲੈ ਕੇ ਚਲੇ ਹੀ ਜਾਣਾ ਹੈ। ਤੇ ਨਾਮੋ ਭੂਲੇ ਜਮ ਕਾ ਦੁਖ ਸਹਿਣਾ। ਕਾਲ ਵੀ ਆਪਣੀ ਡਿਊਟੀ ਕਰ ਰਿਹਾ ਜੋ ਅਕਾਲ ਪੁਰਖ ਵੱਲੋਂ ਉਹਨੂੰ ਲੱਗੀ ਹੋਈ ਹੈ। ਪਰ ਜਿਹੜੇ ਇਹ ਜੀਵ ਜਿਨ੍ਹਾਂ ਦੀ ਸਤਿਗੁਰੂ ਜੀ ਗੱਲ ਕਰਦੇ ਨੇ, ਕਹਿੰਦੇ ਜਿਹੜੇ ਨਾਮ ਤੋਂ ਭੁੱਲੇ ਹੋਏ ਨੇ, ਇਹਨਾਂ ਨੂੰ ਫਿਰ ਜਮਾਂ ਦਾ ਦੁੱਖ ਸਹਾਰਨਾ ਹੀ ਪੈਣਾ ਹੈ। ਮੈਂ ਤਰ ਨਾਮ ਜਿਉ ਰਾਖੋ ਰਹਿਣਾ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਮੈਨੂੰ ਤੇਰੇ ਨਾਮ ਦਾ ਆਸਰਾ ਹੈ, ਸਹਾਰਾ ਹੈ। ਜਿੱਦਾਂ ਆਪ ਜੀ ਮੈਨੂੰ ਰੱਖਣਾ ਚਾਹੁੰਦੇ ਹੋ, ਕਿਰਪਾ ਕਰਕੇ ਰੱਖ ਲਵੋ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਾਹ ਮਰੇ ਸੰਚੈ ਮਾਇਆ ਦਾਮ। ਆ ਪਿੰਡਾਂ ਦੇ ਕਈ ਕਹਿੰਦੇ ਨੇ ਮੇਰੇ 27 ਪਿੰਡਾਂ ਦਾ ਇਹ ਚੌਧਰੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਵੀ ਆਇਆ ਸੀ। ਮਹਾਰਾਜ ਨੇ ਇੱਕਦਮ ਟਿਕਾਣੇ ਲਿਆਂਦਾ। ਫਿਰ ਗਾਹਾਂ ਸਮਾਂ ਹੋਊਗਾ, ਸਾਖੀ ਜ਼ਰੂਰ ਸਾਂਝੀ ਕਰਾਂਗੇ। ਇਹ ਜਿਹੜੇ ਚੌਧਰੀ ਨੇ, ਜਿਹੜੇ ਰਾਜੇ ਨੇ, ਇਹ ਕਿਸੇ ਵੀ ਕੰਮ ਦੇ ਕਿਸੇ ਨੇ ਵੀ ਇੱਥੇ ਸਦਾ ਨਹੀਂ ਰਹਿਣਾ। ਇਹ ਵੀ ਸਾਰਿਆਂ ਨੂੰ ਮਾਇਆ ਨੇ ਛਲਿਆ ਹੋਇਆ ਹੈ। ਕਾਲ ਨੇ ਇਹਨਾਂ ਨੂੰ ਫੜ ਕੇ ਜਮਾਂ ਦੇ ਮੋਹਰੇ ਪੇਸ਼ ਕਰਨਾ ਹੀ ਕਰਨਾ ਹੈ। ਸਾਹ ਮਾਰੇ ਸੰਚੇ ਮਾਇਆ ਦਾਮ। ਕਹਿੰਦੇ ਉਹ ਪਰਮਾਤਮਾ ਨੂੰ ਭੁੱਲ ਚੁੱਕੇ ਨੇ, ਔਰ ਦਮੜਿਆਂ ਦੀ ਖਾਤਰ ਇਹ ਨਾ ਭੱਜੇ ਹੀ ਫਿਰਦੇ ਨੇ। ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਟਿਕਾ ਨਹੀਂ ਹੈ। ਮਾਇਆ ਇਕੱਠੀ ਕਰਦੇ ਕਰਦੇ ਇਹ ਜਿਹੜੇ ਸ਼ਾਹੂਕਾਰ ਦੇ ਮਰ ਜਾਂਦੇ ਨੇ। ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ। ਇਹ ਜਿਹੜਾ ਕੱਚਾ ਧਨ ਇਕੱਠਾ ਕਰਦੇ ਸੀ, ਨਿਰੰਕਾਰ ਕਿਰਪਾ ਜੀ, ਨਿਰੰਕਾਰ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਸੱਚੇ ਧਨ ਦਾ ਇਕੱਠਾ ਕਰਨਾ ਸ਼ੁਰੂ ਕੀਤਾ, ਜਿਹਦੇ ਨਾਲ ਉਹ ਕਿਹਦੇ ਨਾਲ, ਉਹ ਤੇਰੇ ਅੰਮ੍ਰਿਤ ਵਰਗੇ ਨਾਮ ਦੀ ਵੀ ਰਹਿਮਤ ਦੇ ਨਾਲ ਮੈਂ ਸੱਚੇ ਧਨ ਨੂੰ ਇਕੱਠਾ ਕਰ ਲਿਆ ਹੈ। ਰਈਅਤ ਮਹਿਰ ਮੁਕੱਦਮ ਸਿਕਦਾਰੈ, ਨਿਹਚਲ ਕੋਏ ਨਾ ਦਿਸੈ ਸੰਸਾਰੈ। ਕਹਿੰਦੇ ਜਿਹੜੇ ਇਹ ਰਈਅਤ ਮਹਿਰ ਮੁਕੱਦਮ ਸਿਕਦਾਰੇ, ਵੱਡੇ ਤੋਂ ਵੱਡੇ ਚੌਧਰੀ, ਜਿਹੜੇ ਥਾਣੇਦਾਰ ਆਦਿ, ਜਿਨ੍ਹਾਂ ਨੂੰ ਹੋਰ ਅਨੇਕਾਂ ਤਰ੍ਹਾਂ ਦੀਆਂ ਪਦਵੀਆਂ ਲੱਗੀਆਂ ਹੁੰਦੀਆਂ ਨੇ, ਇਹਨਾਂ ਨੇ ਵੀ ਨੈਚਰ ਕੋਈ ਨਾ ਦਿਸੇ ਸੰਸਾਰੇ। ਇਹਨਾਂ ਨੇ ਵੀ ਸਦਾ ਇਹ ਸੰਸਾਰ ਦੇ ਉੱਤੇ ਨਹੀਂ ਰਹਿਣਾ। ਇੱਕ ਦਿਨ ਇਹਨਾਂ ਨੇ ਵੀ ਕਾਲ ਦੇ ਵਸ ਪੈਣਾ ਹੀ ਹੈ। ਅਫਰਿਓ ਕਾਲ ਕੂੜ ਸਿਰ ਮਾਰ। ਇਹ ਜਿਹੜਾ ਕਾਲ ਹੈ, ਇਹ ਸਾਰਿਆਂ ਨੂੰ ਅਫੜਿਓ, ਅਮੋੜ। ਉਹ ਜਿਹੜਾ ਕਿ ਸੱਚ ਹੈ, ਮੋੜ ਦਾ ਮਤਲਬ ਦੂਸਰਾ ਰੂਪ ਹੁੰਦਾ ਸੱਚ। ਜਿਹੜੀ ਮੌਤ ਸੱਚ ਹੈ, ਕਹਿੰਦੇ ਉਸ ਨੇ ਇਹ ਸਾਰੇ ਝੂਠਾ ਪੁਰਸ਼ਾਂ ਨੂੰ ਸਿਰ ਤੋਂ ਫੜ ਫੜ ਕੇ ਭਟਕਾ ਕੇ ਮਾਰਨਾ ਹੈ। ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨ ਹੈ ਸਭ ਗੋਈ। ਸੋ ਭਾਈ ਸੱਚ ਕਰਕੇ ਜਾਣੋ, ਉਹ ਇੱਕੋ ਹੀ ਨਿਰੰਕਾਰ ਵਾਹਿਗੁਰੂ ਹੈ, ਸੱਚਾ ਹੈ, ਉਹੀ ਅਟਲ ਹੈ। ਉਸ ਦਾ ਹੀ ਹੁਕਮ ਸਾਰੀ ਜਗ੍ਹਾ ਦੇ ਉੱਤੇ ਚੱਲ ਰਿਹਾ ਹੈ। ਜਿਨ ਕਰ ਸਾਜੀ ਤਿਨੇ ਸਭ ਗੋਈ। ਉਹੀ ਇੱਕ ਅਕਾਲ ਪੁਰਖ ਸ੍ਰਿਸ਼ਟੀ ਦਾ ਮਾਲਕ ਹੈ, ਜਿਸ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ, ਔਰ ਜਦੋਂ ਉਸ ਨੂੰ ਪਾਇਆ
ਉਸਨੇ ਸ੍ਰਿਸ਼ਟੀ ਦੇ ਵਿੱਚੋਂ ਸਾਰਿਆਂ ਨੂੰ ਵਾਪਸ ਵੀ ਬੁਲਾ ਲਿਆ। ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਇਹਨਾਂ ਨਿਰੰਕਾਰ ਦਾ ਨਾਮ ਜਪਿਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਮ, ਕਿਸੇ ਤਰ੍ਹਾਂ ਦਾ ਮਾਇਆ ਦਾ ਬੰਧਨ ਨਹੀਂ ਪਿਆ, ਤੇ ਸੰਸਾਰ ਦੇ ਉੱਤੇ ਉਹਨਾਂ ਦੀ ਪਤ ਆਬਰੂ ਉੱਚੀ ਤੇ ਸੁੱਚੀ ਹੋ ਕੇ ਰਹਿੰਦੀ ਹੈ। ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵੈ ਹਉਮੈ ਤਨ ਪੀਰਾ। ਬੜੇ ਕਾਜੀ ਨੇ, ਬੜੇ ਸ਼ੇਖ ਨੇ ਤੇ ਬੜੇ ਫਕੀਰ ਨੇ, ਬੜੇ ਬੜੇ ਵੱਖਰੇ ਵੱਖਰੇ ਇਹਨਾਂ ਨੇ ਸਾਰਿਆਂ ਨੇ ਭੇਖ ਬਣਾਏ ਹੋਏ ਨੇ। ਔਰ ਵੱਡੇ ਕਹਾਵੇ ਹਉਮੈ ਤਨ ਪੀਰਾ, ਆਪਣੇ ਨੂੰ ਬਹੁਤ ਵੱਡੇ ਕਹਾਉਂਦੇ ਨੇ। ਮੈਂ ਤਾਂ ਕਈ ਵਾਰੀ ਸੰਕੋਚ ਕਰਦਾ ਉਹਨਾਂ ਗੱਲ ਕਹਿਣ ਨੂੰ, ਪਰ ਮੈਂ ਦੇਖਿਆ ਵੀ ਅੱਜ ਵੀ ਸਾਡੇ ਜਿਹੜੇ ਆਪਣੇ ਆਪ ਨੂੰ ਮਹਾਂਪੁਰਸ਼ ਕਹਾਉਂਦੇ ਨੇ, ਸੋਚਦਾ ਹੁੰਦਾ ਇਹਨਾਂ ਨੂੰ ਮੌਤ ਦਾ ਸਭ ਤੋਂ ਜ਼ਿਆਦਾ ਡਰ ਹੈ, ਸਭ ਤੋਂ ਜ਼ਿਆਦਾ ਡਰ। ਜਿਹੜੇ ਆਪਣੇ ਨੂੰ ਕਹਾਉਂਦੇ ਨੇ, ਜਿਹੜੇ ਸਹੀ ਮਹਾਂਪੁਰਸ਼ ਉਹਨਾਂ ਨੂੰ ਫਿਕਰ ਨਹੀਂ, ਜਿਹੜੇ ਕਹਾਉਂਦੇ ਨੇ। ਤੇ ਹੁਣ ਤੁਸੀਂ ਇਹ ਦੇਖੋਗੇ ਵੀ ਉਹਨਾਂ ਨੂੰ ਮੌਤ ਦਾ ਕਿੱਦਾਂ ਡਰ ਹੈ ਭਾਈ। ਵੀ ਜੇ ਉਹਨਾਂ ਨੂੰ ਇਹ ਪਤਾ ਹੋਵੇ ਵੀ ਜੋ ਕੁਛ ਹੋਣਾ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਹੀ ਹੋਣਾ, ਮੌਤ ਨੇ ਵੀ ਉਹਦੇ ਹੁਕਮ ਦੇ ਵਿੱਚ ਹੀ ਹੋਣਾ, ਕਾਲ ਨੇ ਵੀ ਉਹਦੇ ਹੁਕਮ ਦੇ ਵਿੱਚ ਹੀ ਹੋਣਾ। ਇਹ ਤਾਂ ਉਹਦੀ ਰਜ਼ਾ ਹੈ, ਕੱਚੀ ਵੱਢ ਲਵੇ ਪੱਕੀ ਵੱਢ ਲਵੇ, ਜਾਂ ਫਿਰ ਡਿੱਗਣ ਵਾਲੀ ਨੂੰ ਵੱਢ ਲਵੇ, ਉਹਦੀ ਰਜ਼ਾ ਹੈ ਭਾਈ। ਫਿਰ ਇਹਨਾਂ ਨੇ ਆਹ ਬੋਡੀਗਾਰਡ ਕਾਹਤੇ ਬਣਾਏ ਹੁੰਦੇ, ਬੋਡੀਗਾਰਡ ਕਾਹਤੇ ਰੱਖੇ ਹੁੰਦੇ ਨੇ? ਬੋਡੀਗਾਰਡ ਇੱਕ ਵਾਰੀ ਅੰਮ੍ਰਿਤਸਰ ਉੱਥੇ ਇੱਕ ਜਗ੍ਹਾ ਦੇ ਉੱਤੇ ਗਏ, ਤੇ ਉੱਥੇ ਜਿਹੜੇ ਸਿੰਘ ਸਨ ਉਹਨਾਂ ਦੀ ਡਿਊਟੀ ਹੁੰਦੀ ਸੀ ਲਾਇਸੈਂਸ ਦੇ ਬਣਾਉਣ ਦੀ। ਤੇ ਅਸੀਂ ਉੱਥੇ ਬੈਠੇ ਤੇ ਇੱਕ ਆ ਗਿਆ ਨਾਲ, 3-4 ਜਣੇ ਹੋਰ ਮੁੰਡਾ ਜਿਹਾ ਸੀਗਾ, ਆਪਣੇ ਆਪ ਨੂੰ ਸੰਤ ਕਹਾਉਂਦਾ ਸੀ। ਉਹਨੇ ਆਣ ਕੇ ਪੁੱਛਿਆ ਵੀ ਮੈਂ ਫਾਰਮ ਭਰ ਕੇ ਗਿਆ ਸੀਗਾ ਵੀ ਮੈਨੂੰ 4 ਪਿਸਤੌਲਾਂ ਦਾ ਲਾਇਸੈਂਸ ਚਾਹੀਦਾ। ਤੇ ਉਹ ਆਖਣ ਲੱਗੇ ਵੀ ਤੈਂ ਕੀ ਕਰਨੇ 4 ਲਾਇਸੈਂਸ? ਆਖਣ ਲੱਗਾ ਮੈਨੂੰ ਮੌਤ ਦਾ ਡਰ ਹੈ। ਤੇ ਉਹ ਮੁੰਡਾ ਇੱਕ ਸੀਗਾ, ਜਿੱਥੇ ਤੇ ਵੀ ਨਾਮ ਵੀ ਦਿੱਤਾ ਜਸਵਿੰਦਰ, ਉਸ ਮੁੰਡੇ ਦਾ ਨਾਮ ਸੀ। ਉਹ ਆਖਣ ਲੱਗਾ ਬਾਬਾ ਜੀ ਐਡੀ ਛੋਟੀ ਉਮਰੇ ਤੁਹਾਨੂੰ ਇਹ ਤਾਂ ਗਿਆਨ ਹੋ ਗਿਆ ਵੀ ਤੁਸੀਂ ਸੰਤ ਬਣ ਗਏ ਹੋ, ਐਡੀ ਛੋਟੀ ਉਮਰੇ ਤੁਹਾਨੂੰ ਇਹ ਤਾਂ ਗਿਆਨ ਹੋ ਗਿਆ ਵੀ ਤੁਸੀਂ ਪ੍ਰਮਾਤਮਾ ਨੂੰ ਪਾ ਲਿਆ, ਪਰ ਐਡੀ ਛੋਟੀ ਉਮਰੇ ਤੁਹਾਨੂੰ ਇਹ ਨਾ ਗਿਆਨ ਹੋਇਆ ਵੀ ਮੌਤ ਕਦੋਂ ਹੋਣੀ ਆ। ਤੁਸੀਂ ਔਰ ਮੌਤ ਤੋਂ ਡਰ ਰਹੇ ਹੋ, ਤੁਹਾਨੂੰ ਲਾਇਸੈਂਸ ਇਸ ਕਰਕੇ ਚਾਹੀਦੇ ਆ। ਤੇ ਆਖਣ ਲੱਗਾ ਨਹੀਂ ਸ਼ੌਕ ਲਈ ਬਣਾਉਣੇ ਆ। ਇਹ ਕਹਿੰਦਾ ਸ਼ੌਕ ਲਈ ਬਣਾਉਣੇ। ਉਹ ਕਹਿੰਦੇ ਵੀ ਸ਼ੌਕ ਲਈ ਬਣਾਉਣੇ ਤਾਂ ਵੀ ਇੱਦਾਂ ਕਰੋ ਤੁਸੀਂ ਕਿਤੇ ਹੋਰ ਜਾ ਕੇ ਬਣਾ ਲਓ, ਵੀ ਇੱਥੋਂ ਨਹੀਂ ਇਹ ਬਣਨੇ। ਪਰ ਜਿਹੜੇ ਭਾਈ ਜਿਹੜੇ ਸਾਰੇ ਨੇ ਅੱਜ ਵੀ ਇਸ ਤਰ੍ਹਾਂ ਦੇ ਜਿਹੜੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮੌਤ ਦਾ ਡਰ ਹੀ ਡਰ ਹੈ। ਸੱਚ ਗੱਲ ਹੈ। ਉਹ ਆਪਣੇ ਆਪ ਨੂੰ ਭਾਵੇਂ ਜਿਹੜੇ ਨਾਮ ਦੇ ਨਾਲ ਕਹੀ ਜਾਣ, ਵੱਡੇ ਕਹਾਵੇ ਹਉਮੈ ਤਨ ਪੀਰਾ। ਤੇ ਕਈ ਤਾਂ ਐਸੇ ਨੇ ਜੇ ਤੁਸੀਂ ਇਹਨਾਂ ਨੂੰ ਮਿਲਣਾ ਚਾਹੋ ਤਾਂ ਮਿਲਦੇ ਹੀ ਨਹੀਂ ਇਹਨੇ। ਆਖਣ ਲੱਗੇ ਜੀ ਅਪੁਆਇੰਟਮੈਂਟ ਬਣਾਓ, ਫਿਰ ਬਾਬਾ ਜੀ ਨੂੰ ਤੁਸੀਂ ਮਿਲ ਸਕਦੇ ਹੋ। ਕਮਾਲ ਦੀ ਗੱਲ ਹੋਵੇ ਸੰਗਤ ਨੂੰ ਤਾਰਨ ਵਾਲਾ, ਮਹਾਂਪੁਰਸ਼ ਕਹਾਉਣ ਵਾਲਾ, ਤੇ ਦਵੇ ਅਪੁਆਇੰਟਮੈਂਟ ਆਵੇ ਮੈਨੂੰ ਫਲਾਣੀ ਅਪੁਆਇੰਟਮੈਂਟ ਨੂੰ ਮਿਲੋ। ਇਹ ਗੱਲਾਂ ਤਾਂ ਨਹੀਂ ਨਾ ਬਣਦੀਆਂ ਭਾਈ। ਗੱਲ ਤਾਂ ਹੀ ਬਣਦੀ ਆ ਵੀ ਪਹਿਲਾਂ ਤੁਸੀਂ ਆਪ ਕਮਾਈ ਕੀਤੀ ਹੋਵੇ, ਫਿਰ ਗੁਰੂ ਨਿਰੰਕਾਰ ਦਾ ਜਨ ਬਣ ਜਾਓ ਤੁਸੀਂ, ਤਾਂ ਫਿਰ ਜਿਹੜਾ ਵੀ ਤੁਹਾਨੂੰ ਮਿਲੇ, ਕੋਈ ਜੁੜਿਆ ਹੋਵੇ ਉਹਦੇ ਨਾਲ ਵੀ ਪ੍ਰੇਮ ਦੀਆਂ ਗੱਲਾਂ ਕਰੋ। ਆਪ ਜਾਓ, ਆਪ ਜਾ ਕੇ ਉਹਨਾਂ ਦੇ ਕੋਲ ਗਿਆਨ, ਉਹਨਾਂ ਦੇ ਨਾਲ ਦੀ ਚਰਚਾ ਕਰੋ। ਸੋ ਇਸ ਕਰਕੇ ਨਿਰੰਕਾਰ ਕਹਿੰਦੇ ਨੇ ਇਹ ਭਾਵੇਂ ਕਾਜੀ ਸ਼ੇਖ ਭੇਖ ਫਕੀਰਾ, ਬੜੇ ਤਰ੍ਹਾਂ ਦੇ ਭੇਖ ਬਣਾ ਕੇ ਫਕੀਰ ਵੀ ਤੁਰੇ ਫਿਰਦੇ ਨੇ। ਕਹਿੰਦੇ ਵੱਡੇ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਇਹਨਾਂ ਦੇ ਅੰਦਰ ਹਉਮੈ ਰੂਪ ਦੀ ਪੀੜਾ ਅਤਿਅੰਤ ਹੈ। ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਇਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਭਾਈ, ਇਹ ਨਹੀਂ ਇਹਨਾਂ ਨੂੰ ਛੱਡਦਾ ਜਿੰਨਾ ਚਿਰ ਉਹ ਪ੍ਰਮਾਤਮਾ ਵਾਹਿਗੁਰੂ ਦੀ ਧੀਰਜ ਦਾ ਮਤਲਬ ਹੈ ਵੀ ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਟਿਕਦੇ ਨੇ, ਇੱਕ ਅਕਾਲ ਪੁਰਖ ਨੂੰ ਪਕੜਦੇ ਨਹੀਂ। ਕਾਲ ਜਾਲ ਜਿਹਵਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਔਰ ਇਹ ਜਿਹੜਾ ਕਾਲ ਹੈ ਇਹਦੇ ਰੂਪ ਬੜੇ ਨੇ। ਕਹਿੰਦੇ ਜਿਹੜੀ ਜੀਵ ਸਵਾਦ ਲੈ ਰਹੀ ਆ, ਇਹ ਵੀ ਕਾਲ ਦੀ ਫਾਹੀ ਹੈ। ਜਿਹੜੇ ਅੱਖਾਂ ਗਲਤ ਪਾਸੇ ਦੇਖਦੇ ਨੇ, ਇਹ ਵੀ ਕਾਲ ਦੀ ਫਾਹੀ ਹੈ। ਕੰਨੀ ਜੋ ਕੁਝ ਪੁੱਠਾ ਸਿੱਧਾ ਸੁਣਨਾ, ਚੁਗਲੀ ਨਿੰਦਿਆ ਸੁਣਨੀ, ਇਹ ਵੀ ਇੱਕ ਕਾਲ ਦੀ ਫਾਹੀ ਹੈ। ਤੇ ਲੋਕਾਂ ਨੂੰ ਮਾੜੇ ਬਚਨ ਕਰਨੇ, ਲੋਕਾਂ ਨੂੰ ਉਹਨਾਂ ਦੀ ਨਿੰਦਿਆ ਕਰਨੀ, ਲੋਕਾਂ ਨੂੰ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਉੱਚਾ ਦਿਖਾਉਣਾ, ਉਹ ਕਹਿੰਦੇ ਉਹ ਵੀ ਜਿਹੜੇ ਉਹ ਜ਼ਹਿਰ ਹੈ, ਉਹ ਵੀ ਕਾਲ ਦਾ ਹੀ ਰੂਪ ਹੈ। ਦਿਨ ਸਬਦੈ ਮੂਠੇ ਦਿਨ ਰਹਿਣੀ। ਇਹਨਾਂ ਸਾਰਿਆਂ ਨੂੰ ਵੀ ਕਾਲ ਇੱਕ ਦਿਨ ਇੱਥੋਂ ਲੈ ਕੇ ਚਲੇ ਜਾਵੇਗਾ, ਵੀ ਜਮਾਂ ਦੇ ਮੂਹਰੇ ਖੜੇ ਕਰ ਦਿੱਤਾ ਕਰੇਗਾ। ਪਰ ਜਿਹੜੇ ਗੁਰੂ ਨਿਰੰਕਾਰ ਦੇ ਉਪਦੇਸ਼ ਦੇ ਨਾਲ ਦਿਨ ਰਾਤ
ਜੁੜੇ ਹੋਏ ਨੇ ਉਹ ਸਾਰੇ ਬਚ ਜਾਂਦੇ ਨੇ। ਪਰ ਜਿਹੜੇ ਬਿਨ ਸ਼ਬਦ ਦੇ ਮੁੱਠੇ ਦਿਨ ਰਹਿਣੀ, ਜਿਹੜੇ ਸ਼ਬਦ ਤੋਂ ਨਿਰੰਕਾਰ ਤੋਂ ਦੂਰ ਹੋ ਗਏ ਨੇ, ਕਹਿੰਦੇ ਉਹ ਦਿਨ ਰਾਤੀ ਇਹ ਜਿਹੜਾ ਕਾਲ ਉਹਨਾਂ ਨੂੰ ਲੁੱਟੀ ਹੀ ਜਾਂਦਾ ਹੈ। ਹਿਰਦੈ ਸਾਚ ਵਸੈ ਹਰ ਨਾਏ, ਕਾਲ ਨ ਜੋ ਹੈ ਸਕੈ ਗੁਣ ਗਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾ ਸੱਚੇ ਪਾਤਸ਼ਾਹ ਪ੍ਰਮਾਤਮਾ ਦਾ ਨਾਮ ਵਸ ਜਾਂਦਾ, ਕਾਲ ਫੇ ਉਹਨਾਂ ਦੀ ਸੇਵਾ ਕਰਨ ਆ ਜਾਂਦਾ, ਪਰ ਕਾਲ ਉਹਨਾਂ ਨੂੰ ਸਤਾਨ ਨਹੀਂ ਆਉਂਦਾ। ਕਾਲ ਨਾ ਜੋ ਹੈ ਸਕੇ ਗੁਣ ਗਾਏ, ਕਾਲ ਵੀ ਉਹਨਾਂ ਨੂੰ ਆਣ ਕੇ ਦੇਖਦਾ ਨਹੀਂ ਜਿਹੜੇ ਉਹ ਪ੍ਰੀਤਮ ਦੇ ਗੁਣ ਗਾਉਂਦੇ ਰਹਿੰਦੇ ਹਨ। ਨਾਨਕ ਗੁਰਮੁਖ ਸ਼ਬਦ ਸਮਾਏ, ਕਹਿੰਦੇ ਨੇ ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋ ਨਾ ਧੂਣਾ, ਛੁਟੇ ਨਿਕਲ ਨਾ ਜਾਈਓ ਦੂਤ। ਇਹ ਮਾਲਕ ਸੱਚੇ ਪਾਤਸ਼ਾਹ ਜੀ ਏਡੀ ਕਿਰਪਾ ਕਰਦੇ ਨੇ ਗੁਰਮੁਖਾਂ ਦੇ ਉੱਤੇ, ਆਪਣੇ ਪਿਆਰਿਆਂ ਦੇ ਉੱਤੇ। ਤੇ ਫਿਰ ਕਹਿੰਦੇ ਉਹ ਜਿਹੜੇ ਗੁਰਮੁਖ ਨੇ, ਨਾਨਕ ਗੁਰਮੁਖ ਸ਼ਬਦ ਸਮਾਏ, ਜਿਹੜੇ ਗੁਰਮੁਖ ਨੇ ਕਾਲ ਜਿਹਨਾਂ ਦੇ ਲਾਗੇ ਨਹੀਂ ਜਾ ਸਕਦਾ, ਮਾਇਆ ਦੇ ਬੰਧਨ ਪੈ ਨਹੀਂ ਸਕਦੇ, ਨਿਰੰਕਾਰ ਨੂੰ ਪਿਆਰੇ ਹੋ ਜਾਂਦੇ ਨੇ। ਉਹ ਭਾਈ ਸ਼ਬਦ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਉਹ ਜਦੋਂ ਸ਼ਬਦ ਦੇ ਵਿੱਚ ਸਮਾ ਜਾਂਦੇ, ਸ਼ਬਦ ਦਾ ਰੂਪ ਬਣ ਜਾਂਦੇ ਨੇ। ਇਹ ਸਮਝ ਲਓ, ਇਥੋਂ ਗਿਆਨ ਲੈ ਲਓ। ਉਹ ਅਕਾਲ ਪੁਰਖ ਨਿਰੰਕਾਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਜਨਮ ਮਰਨ ਉਹਨਾਂ ਦਾ ਖਤਮ ਹੋ ਜਾਂਦਾ ਹੈ। ਆਪ ਜੀ ਦੀ ਸੇਵਾ ਕਰਦੇ ਹਨ ਤਾਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ੰਦ ਹੈ, ਬਖਸ਼ੰਦਾ ਬਖਸ਼ੰਦਾ ਬਖਸ਼ਣਾ। ਆਓ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।